ਸਤਿ ਸ਼੍ਰੀ ਅਕਾਲ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਸਮਾਜਿਕ ਸਿੱਖਿਆ ਦੀ 10ਵੀਂ ਜਮਾਤ ਦੀ ਕਲਾਸ ਵਿੱਚ। ਵਿਦਿਆਰਥੀਓ, ਅੱਜ ਆਪਣਾ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਸਾਡੀਆਂ ਵੀਕਲੀ ਸ਼ੀਟਸ ਆਉਂਦੀਆਂ ਨੇ, ਹਫਤਾਵਾਰੀ ਸ਼ੀਟਸ ਆਉਂਦੀਆਂ ਨੇ ਸਾਨੂੰ CEP ਦੀਆਂ, ਉਹਦੇ ਵਿੱਚੋਂ ਅਸੀਂ ਸ਼ੀਟ ਨੰਬਰ 9 ਹੈ ਜਿਹੜੀ ਉਹ ਹੱਲ ਕਰਾਂਗੇ। ਸ਼ੀਟ ਨੂੰ ਹੱਲ ਕਰਨ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਹ ਜਿਹੜੇ ਪੇਪਰ ਨੇ, ਜਿਹੜਾ ਤੁਹਾਡਾ ਹੁਣ 5ਵਾਂ ਟੈਸਟ ਹੈ, 5th ਜਿਹੜਾ CEP ਟੈਸਟ ਹੈ, ਜਿਹੜਾ ਤੁਹਾਡਾ 25 ਅਕਤੂਬਰ ਨੂੰ ਹੋਣਾ ਆ, ਠੀਕ ਹੈ, ਉਹ ਆਉਣਾ ਕਿੱਥੋਂ ਆ। ਕਿਉਂਕਿ ਕਈ ਵਾਰ ਤੁਸੀਂ ਆਮ ਦੇਖਿਆ ਮੈਂ, ਬੱਚੇ ਸ਼ੀਟ ਤਾਂ ਹੱਲ ਕਰ ਲੈਂਦੇ ਨੇ, ਉਹ ਸ਼ੀਟ ਦੇ ਆਨਸਰ ਆਉਂਦੇ ਹੁੰਦੇ ਨੇ ਉਹਨਾਂ ਨੂੰ, ਪਰ ਉਹਨਾਂ ਨੇ ਬਾਕੀ ਤਿਆਰੀ ਕਿੱਥੋਂ ਕਰਨੀ ਹੁੰਦੀ ਆ, ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਸ਼ੀਟਸ ਦੇ ਵਿੱਚ ਜਿਹੜੇ ਟੈਸਟ ਆਉਂਦੇ ਨੇ ਉਹਨਾਂ ਦੇ ਵਿੱਚ ਅੱਛਾ ਸਕੋਰ ਨਹੀਂ ਕਰ ਪਾਉਂਦੇ। ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਕਿ ਤੁਹਾਡੇ 3 ਟੈਸਟ ਨੇ ਜਿਹੜੇ ਉਹ ਪਹਿਲਾਂ ਹੋ ਗਏ ਨੇ। ਚੌਥਾ ਟੈਸਟ ਹੀ ਜਿਹੜਾ ਤੁਹਾਡਾ ਉਹ ਸੈਪਟੰਬਰ ਦੇ ਜਿਹੜੇ ਆਬਜੈਕਟਿਵ ਟਾਈਪ ਤੁਹਾਨੂੰ ਕੁਐਸਚਨ ਆਨਸਰਸ ਆਏ ਨੇ ਉਹਨਾਂ ਨੂੰ ਹੀ ਮੰਨ ਲਿਆ ਗਿਆ, ਅਤੇ ਹੁਣ 5ਵਾਂ ਟੈਸਟ ਹੈ ਤੁਹਾਡਾ ਜਿਹੜਾ ਉਹ 25 ਅਕਤੂਬਰ ਹੈ ਉਹਨੂੰ ਹੋਣਾ ਹੈ। ਇਹ ਆਉਣਾ ਕਿੱਥੋਂ ਆ? 10ਵੀਂ ਜਮਾਤ ਦੇ ਜਿਹੜੇ ਬੱਚੇ ਨੇ, ਇਹ ਤੁਹਾਨੂੰ ਹੁਣ ਜਿਹੜਾ ਟੈਸਟ ਆਉਣਾ ਉਹ ਤੁਹਾਡੇ ਅਰਥ ਸ਼ਾਸਤਰ ਵਾਲੇ ਪਾਠ ਦੇ ਵਿੱਚੋਂ ਆਉਣਾ ਹੈ, ਠੀਕ ਹੈ। ਅਤੇ ਅਰਥ ਸ਼ਾਸਤਰ ਦੇ ਪਾਠ ਦੇ ਵਿੱਚ ਵੀ ਤੁਹਾਡਾ, ਅਗਰ ਮੈਂ ਇਸ ਸਿਲੇਬਸ ਦੇਖਾਂ, ਇਸ ਸ਼ੀਟ ਦੇ ਅਨੁਸਾਰ ਤੁਹਾਡਾ ਸਿਲੇਬਸ ਦੇਖਾਂ, ਤਾਂ ਤੁਹਾਡੇ ਕੋਲ ਤੁਹਾਡਾ ਜਿਹੜਾ ਪਾਠ ਨੰਬਰ 4 ਹੈਗਾ, ਠੀਕ ਹੈ, ਅਰਥ ਸ਼ਾਸਤਰ ਦੇ ਵਿੱਚ, ਠੀਕ ਹੈ, ਅਰਥ ਵਿਵਸਥਾ ਵਿੱਚ ਸੇਵਾ ਖੇਤਰ, ਉਹ ਇੱਕ ਪਾਠ ਇਸ ਸਿਲੇਬਸ ਦੇ ਵਿੱਚ ਹੈਗਾ ਆ। ਬਾਕੀ ਜਿਹੜਾ ਪਾਠ ਹੈ ਉਹ ਇਹ ਮੰਨ ਕੇ ਚੱਲਦਾ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਿ ਜੋ ਇਹਨਾਂ ਨੇ 6ਵੀਂ 7ਵੀਂ 8ਵੀਂ 9ਵੀਂ ਦੇ ਵਿੱਚ ਪੜ੍ਹਿਆ ਹੋਇਆ ਤਾਂ ਉਹਨੂੰ ਇਸ ਬਾਰੇ ਜਾਣਕਾਰੀ ਹੋਵੇਗੀ। ਤਾਂ ਇੱਕ ਤਾਂ ਤੁਸੀਂ ਪਾਠ ਨੰਬਰ 4 ਜਿਹੜਾ ਤੁਹਾਡਾ ਅਰਥ ਵਿਵਸਥਾ ਦਾ ਹੈ, ਅਰਥ ਸ਼ਾਸਤਰ ਦਾ ਹੈਗਾ, ਉਹਨੂੰ ਸਵਾਰ ਕੇ ਪੜ੍ਹਨਾ। ਬਾਕੀ ਮੈਂ ਤੁਹਾਨੂੰ ਇੱਥੇ ਕੰਸੈਪਟ ਕੁਛ ਇੱਕ ਬੇਸਿਕ ਜੇ ਕਲੀਅਰ ਕਰਦਾ ਕਿ ਤੁਸੀਂ ਪੇਪਰ ਜਿਹੜੀ ਇਹਦੀ ਟੈਸਟ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈਗੀ ਆ, ਠੀਕ ਹੈ। ਹੁਣ ਦੇਖੋ, ਅਗਰ ਆਪਾਂ ਪੁਆਇੰਟ ਨੰਬਰ 1 ਨੂੰ ਦੇਖਦੇ ਹਾਂ, ਕੰਪੀਟੈਂਸੀ ਸਾਡੀ ਆਉਣੀ ਕੀ ਹੈ, ਉਹਦੇ ਵਿੱਚ ਕੀ ਹੈਗਾ, ਕਹਿੰਦਾ ਤੁਹਾਨੂੰ ਕੀ ਜਾਣਕਾਰੀ ਹੋਣੀ ਚਾਹੀਦੀ ਆ, ਤੁਹਾਨੂੰ ਇੰਪੋਰਟੈਂਸ ਆਫ 3 ਸੈਕਟਰਸ ਆਫ ਪ੍ਰੋਡਕਸ਼ਨ ਪਤਾ ਹੋਣੇ ਚਾਹੀਦੇ ਨੇ। ਉਤਪਾਦਨ ਦੇ ਕਿਸੇ ਵੀ ਅਰਥ ਵਿਵਸਥਾ ਵਿੱਚ 3 ਖੇਤਰ ਹੁੰਦੇ ਨੇ, ਠੀਕ ਹੈ। ਕਿੰਨੇ ਖੇਤਰ ਹੁੰਦੇ ਨੇ? 3। ਉਹਨਾਂ ਦੇ ਬਾਰੇ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਆ। ਉਹਨਾਂ ਖੇਤਰਾਂ ਨੂੰ ਅਸੀਂ ਜਿਹੜਾ ਹੈ ਉਹ ਵੰਡ ਕਰਦੇ ਹਾਂ, ਪ੍ਰਾਇਮਰੀ ਖੇਤਰ, ਮੁੱਢਲਾ ਖੇਤਰ ਕਹਿੰਦੇ ਹਾਂ, ਸੈਕੰਡਰੀ ਗੌਣ ਖੇਤਰ ਕਹਿੰਦੇ ਹਾਂ, ਟਰਸ਼ਰੀ ਖੇਤਰ ਜਾਂ ਸੇਵਾ ਖੇਤਰ ਕਹਿੰਦੇ ਹਾਂ। ਮੈਂ ਇਹਨਾਂ ਦੇ ਬਾਰੇ ਡਿਟੇਲ 'ਚ ਅੱਗੇ ਗੱਲ ਕਰੂੰਗਾ, ਪਰ ਪਹਿਲਾਂ ਮੈਂ ਤੁਹਾਨੂੰ ਆਹ ਕੰਪੀਟੈਂਸੀਜ਼ ਥੋੜ੍ਹੀ ਜਿਹੀਆਂ ਕਲੀਅਰ ਕਰਦਾ। ਤੁਹਾਨੂੰ ਪਹਿਲੇ 6 ਕੁਐਸਚਨ ਨੇ ਜਿਹੜੇ 1 ਤੋਂ ਲੈ ਕੇ 6 ਤੱਕ, ਉਹ ਇਹਨਾਂ 3 ਸੈਕਟਰਸ ਦੇ ਬੇਸ 'ਤੇ ਆਉਣਗੇ, ਠੀਕ ਹੈ। ਉਸ ਤੋਂ ਬਾਅਦ ਨੰਬਰ 2 'ਤੇ ਤੁਹਾਡੇ ਕੋਲ ਆਊਗਾ 2 ਕਨਸੈਪਟ ਆਉਣਗੇ, ਅਨਆਰਗੇਨਾਈਜ਼ਡ ਅਤੇ ਆਰਗੇਨਾਈਜ਼ਡ ਸੈਕਟਰਸ। ਇਕੋਨਮੀ ਦੇ ਵਿੱਚ, ਅਰਥ ਵਿਵਸਥਾ ਦੇ ਵਿੱਚ ਸੰਗਠਿਤ ਅਤੇ ਅਸੰਗਠਿਤ ਜਿਹੜਾ ਖੇਤਰ ਹੈ ਉਹ ਕੀ ਹੁੰਦਾ ਆ, ਅਤੇ ਉਹਨਾਂ ਦਾ ਜਿਹੜਾ ਉਹ ਪ੍ਰੋਡਕਸ਼ਨਸ ਦੇ ਵਿੱਚ ਜਿਹੜੀ ਲੋਕਲ ਮਾਰਕੀਟ ਹੈ ਕੀ ਯੋਗਦਾਨ ਹੁੰਦਾ ਆ, ਠੀਕ ਹੈ। ਅਤੇ ਫਿਰ ਉਸ ਤੋਂ ਇਲਾਵਾ ਖਾਸ ਕਰਕੇ ਅਸੀਂ ਇੱਥੇ ਪੜ੍ਹਨਾ ਹੈ ਕਿ ਇੰਡੀਅਨ ਇਕੋਨਮੀ, ਭਾਰਤੀ ਅਰਥ ਵਿਵਸਥਾ ਦੇ ਵਿੱਚ ਇਹਨਾਂ ਸੰਗਠਿਤ ਅਤੇ ਅਸੰਗਠਿਤ ਜਿਹੜੇ ਖੇਤਰ ਨੇ ਉਹਨਾਂ ਦਾ ਸੰਬੰਧ ਕੀ ਆ, ਜਿਹੜੀ ਕਿ ਸਾਡੀ ਸੈਲਫ ਔਰਗਨਾਈਜ਼ਿੰਗ ਫੀਚਰਸ ਆਫ ਇੰਡੀਅਨ ਸੋਸਾਇਟੀ ਹੈਗੀ ਆ, ਠੀਕ ਹੈ। ਜਾਣੀ ਕਿ ਤੁਸੀਂ ਮੇਨਲੀ ਕੀ ਕਰਨਾ ਆ, ਤੁਸੀਂ ਡਿਫਰੈਂਸ ਕੱਢਣਾ ਆ, ਅੰਤਰ ਦੇਖਣਾ ਕਿ ਅਨਆਰਗਨਾਈਜ਼ਡ ਅਤੇ ਆਰਗਨਾਈਜ਼ਡ ਸੈਕਟਰ 'ਚ ਕੀ ਹੁੰਦਾ ਆ। ਇਹ ਮੈਂ ਡਿਟੇਲ ਦੇ ਵਿੱਚ ਅੱਗੇ ਕਰਦਾ, ਫਿਰ ਤੁਹਾਨੂੰ ਸਮਝਾਉਂਦਾ ਹੈ 1 ਬਾਏ 1। ਇੱਕ ਤੀਜਾ ਕਨਸੈਪਟ ਜੋ ਤੁਹਾਨੂੰ ਆਉਣਾ ਆ, ਉਹ ਜੋ ਸਾਡਾ ਲੇਟੈਸਟ ਬਹੁਤ ਅੱਛਾ ਚੱਲ ਵੀ ਰਿਹਾ, ਜਿਹਨੂੰ ਅਸੀਂ ਕਹਿ ਰਹੇ ਹਾਂ ਈ-ਕਮਰਸ, ਠੀਕ ਹੈ। ਹੁਣ ਈ-ਕਮਰਸ ਬਣ ਗਿਆ। ਪੁਰਾਣੀ ਗੱਲ ਕਰੀਏ ਤਾਂ ਇਹਨੂੰ ਅਸੀਂ ਕਹਿੰਦੇ ਹਾਂ ਟਰੇਡ, ਵਪਾਰ ਕੀ ਸੀਗਾ, ਪਰ ਅਸੀਂ ਦੇਖਣਾ ਕਿੱਥੋਂ ਹੈ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਹੋਇਆ, ਕਿ ਵਪਾਰ ਦਾ ਰੂਪ ਰੇਖਾ ਹੀ ਬਦਲ ਗਈ, ਠੀਕ ਹੈ। ਉਹਦੀਆਂ ਆਈਟਮਸ ਚੇਂਜ ਹੋ ਗਈਆਂ ਟਰੇਡ ਦੀਆਂ, ਬਿਗਨਿੰਗ ਦੇ ਵਿੱਚ, ਸ਼ੁਰੂ ਦੇ ਵਿੱਚ ਕੀ ਹੁੰਦੀਆਂ ਸੀਗੀਆਂ ਅਤੇ ਅੱਜ ਦੇ ਸਮੇਂ 'ਚ ਕੀ ਹੋ ਗਿਆ, ਠੀਕ। ਤਾਂ ਤੁਸੀਂ ਜਦੋਂ ਤਿਆਰੀ ਕਰਨੀ ਆ ਤਾਂ ਇੱਕ ਤਾਂ ਤੁਸੀਂ ਪਾਠ ਨੰਬਰ 4 ਅਰਥ ਸ਼ਾਸਤਰ ਦਾ ਮੇਨ ਧਿਆਨ 'ਚ ਰੱਖਣਾ, ਠੀਕ ਹੈ। ਦੂਸਰਾ, ਮੈਂ ਹੁਣ ਤੁਹਾਡੇ ਨਾਲ ਗੱਲ ਕਰਦਾ 1 ਬਾਏ 1, ਨੰਬਰ 1 ਕਨਸੈਪਟ 'ਤੇ ਵੀ, 2 'ਤੇ ਵੀ ਅਤੇ 3 'ਤੇ। ਉਸ ਤੋਂ ਬਾਅਦ ਜਿਹੜਾ ਆਪਾਂ ਆ ਉਹ ਇਸ ਸ਼ੀਟ ਨੂੰ ਹੱਲ ਕਰਾਂਗੇ। ਦੇਖਿਓ, ਜਦੋਂ ਤੁਹਾਨੂੰ ਇਹ ਜਿਹੜੇ ਕਨਸੈਪਟ ਥੋੜ੍ਹੇ ਬਹੁਤੇ ਕਲੀਅਰ ਹੋ ਗਏ ਤਾਂ ਤੁਸੀਂ ਆਪਣੇ ਆਪ ਸ਼ੀਟ ਦੇ ਕੁਐਸਚਨ ਆਨਸਰਸ ਜਿਹੜੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਹਾਇਕ ਹੋਣਗੇ। ਦੇਖੋ ਬੱਚਿਓ, ਜਿਸ ਤਰ੍ਹਾਂ ਕਿ ਕੋਈ ਵੀ ਅਰਥ ਵਿਵਸਥਾ ਆ, ਠੀਕ ਹੈ, ਸਾਡੇ ਕੋਲ, ਤਾਂ ਉਸ ਅਰਥ ਵਿਵਸਥਾ ਦੇ ਵਿੱਚ ਸਾਡੇ ਕੋਲ ਜਿਹੜਾ ਆ ਉਹ ਮੁੱਖ ਤੌਰ 'ਤੇ 3 ਖੇਤਰ ਹੁੰਦੇ ਨੇ, ਠੀਕ ਹੈ। ਇੱਕ ਨੂੰ ਅਸੀਂ ਕਹਿੰਦੇ ਹਾਂ ਨੰਬਰ 1 ਸਾਡਾ ਜਿਹੜਾ ਮੁੱਢਲਾ ਖੇਤਰ ਹੁੰਦਾ ਆ, ਠੀਕ ਹੈ, ਮੁੱਢਲਾ ਖੇਤਰ। ਨੰਬਰ 2 'ਤੇ ਸਾਡੇ ਕੋਲ ਗੌਣ ਖੇਤਰ ਹੁੰਦਾ, ਠੀਕ।
ਅਗਰ ਇੰਗਲਿਸ਼ 'ਚ ਗੱਲ ਕਰੀਏ ਇਹਨੂੰ ਮੁੱਢਲਾ ਵੀ ਅਤੇ ਇਹਨੂੰ ਪ੍ਰਾਥਮਿਕ ਵੀ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਪ੍ਰਾਥਮਿਕ ਖੇਤਰ ਵੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਪ੍ਰਾਇਮਰੀ ਸੈਕਟਰ ਵੀ ਕਹਿ ਦਿੰਦੇ ਹਾਂ। ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਪ੍ਰਾਇਮਰੀ ਸੈਕਟਰ ਵੀ ਬੋਲ ਦਿੰਦੇ ਹਾਂ। ਦੂਸਰੇ ਨੂੰ ਅਸੀਂ ਗੌਣ ਖੇਤਰ ਕਹਿੰਦੇ ਹਾਂ। ਠੀਕ ਹੈ, ਇੰਗਲਿਸ਼ 'ਚ ਅਸੀਂ ਇਹਨੂੰ ਸੈਕੰਡਰੀ ਖੇਤਰ ਵੀ ਕਹਿ ਦਿੰਦੇ ਹਾਂ, ਸੈਕੰਡਰੀ ਸੈਕਟਰ ਵੀ ਬੋਲ ਦਿੰਦੇ ਹਾਂ, ਜਾਂ ਇਹਨੂੰ ਪ੍ਰੋਡਕਸ਼ਨ ਸੈਂਟਰ ਇੰਡਸਟਰੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਤੀਸਰਾ ਜਿਹੜਾ ਸੈਕਟਰ ਹੈ ਇਹ ਅਸੀਂ ਸੇਵਾ ਖੇਤਰ ਦਾ ਮੰਨਦੇ ਹਾਂ, ਜਿਹੜਾ ਕਿ ਅੱਜ ਦੇ ਸਮੇਂ 'ਚ ਬਹੁਤ ਵੱਧ ਰਿਹਾ, ਜਾਂ ਇਹਨੂੰ ਅਸੀਂ ਟਰਸ਼ਰੀ ਵੀ ਬੋਲਦੇ ਹਾਂ। ਠੀਕ ਹੈ, ਹੁਣ ਦੇਖੋ ਮੁੱਢਲੇ ਖੇਤਰ 'ਚ ਕੀ ਆਉਂਦਾ। ਮੁੱਢਲਾ ਖੇਤਰ ਹੈ ਜਿਹੜਾ, ਇਹਦੇ ਵਿੱਚ ਮੁੱਖ ਤੌਰ 'ਤੇ ਜੋ ਅਸੀਂ ਮੰਨਦੇ ਹਾਂ, ਜੋ ਜਿਹੜੀਆਂ ਪੁਰਾਣੇ ਸਮੇਂ ਤੋਂ, ਪੁਰਾਤਨ ਸਮੇਂ ਤੋਂ ਜੋ ਸਾਡੇ ਜਿਹੜਾ ਆ ਲੋਕਾਂ ਦਾ ਮੁੱਖ ਧੰਦਾ ਰਿਹਾ, ਲੋਕਾਂ ਦੇ ਜਿਉਣ ਲਈ ਮੁੱਖ ਖੇਤਰ ਰਿਹਾ, ਉਹਦੇ ਵਿੱਚ ਆਉਂਦਾ ਸਾਡੇ ਕੋਲ ਨੰਬਰ 1 ਦੇ ਵਿੱਚ ਖੇਤੀਬਾੜੀ। ਖੇਤੀਬਾੜੀ ਜਿਹੜੀ ਆ ਉਹ ਸਾਡਾ ਮੁੱਖ ਧੰਦਾ ਇਸ ਖੇਤਰ ਦਾ, ਇਸ ਕਰਕੇ ਇਸ ਸੈਕਟਰ ਨੂੰ ਅਸੀਂ ਖੇਤੀਬਾੜੀ ਸੈਕਟਰ ਵੀ ਕਹਿ ਦਿੰਦੇ ਹਾਂ। ਠੀਕ ਹੈ, ਖੇਤੀਬਾੜੀ ਤੋਂ ਭਾਵ ਇਕੱਲਾ ਖੇਤਾਂ ਦੇ ਵਿੱਚ ਪੈਦਾਵਾਰ ਤੋਂ ਨਹੀਂ ਹੈਗਾ। ਠੀਕ ਹੈ, ਖੇਤੀਬਾੜੀ ਤੋਂ ਭਾਵ ਹੈ ਖੇਤੀ ਵੀ, ਉਸ ਦੇ ਨਾਲ ਉਸਦੇ ਸਹਾਇਕ ਧੰਦੇ। ਸਹਾਇਕ ਧੰਦਿਆਂ 'ਚ ਕੀ ਹੋ ਸਕਦਾ? ਸਹਾਇਕ ਧੰਦੇ। ਹੁਣ ਸਹਾਇਕ ਧੰਦਿਆਂ ਦੇ ਵਿੱਚ ਕੀ ਹੋ ਸਕਦਾ? ਜਿੱਦਾਂ ਚਾਹੇ ਅਸੀਂ ਜਿਹੜਾ ਆ ਉਹ ਪਸ਼ੂ ਪਾਲਣ ਕਰਦੇ ਹਾਂ। ਠੀਕ ਹੈ, ਚਾਹੇ ਅਸੀਂ ਜੰਗਲਾਂ ਦੇ ਵਿੱਚੋਂ ਲੱਕੜੀ ਦਾ ਕੰਮ ਆ। ਠੀਕ, ਚਾਹੇ ਅਸੀਂ ਮੱਛੀ ਪਾਲਣ ਆ, ਜਾਣੀ ਕਿ ਜਿਹਦਾ ਸੰਬੰਧ ਡਾਇਰੈਕਟ ਕੁਦਰਤ ਦੇ ਨਾਲ ਹੈ, ਨੇਚਰ ਦੇ ਨਾਲ ਹੈ। ਅਸੀਂ ਕੁਦਰਤ ਤੋਂ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਹਾਂ, ਉਤਪਾਦਨ ਕਰਕੇ, ਪੈਦਾ ਕਰਕੇ, ਜਿਹੜਾ ਅਸੀਂ ਸਮਾਜ ਨੂੰ ਜਾਂ ਲੋਕਾਂ ਨੂੰ ਦਿੰਦੇ ਹਾਂ। ਤਾਂ ਇਸ ਕਰਕੇ ਮੁੱਢਲਾ ਖੇਤਰ ਹੈ ਜਿਹੜਾ ਉਹ ਖੇਤੀਬਾੜੀ ਖੇਤਰ ਵੀ ਉਹਨੂੰ ਕਿਹਾ ਜਾਂਦਾ। ਅਤੇ ਭਾਰਤ ਦੇ ਵਿੱਚ ਜਿਹੜਾ ਖੇਤੀਬਾੜੀ ਸੈਕਟਰ ਹੈ ਜਾਂ ਜਿਹੜਾ ਮੁੱਢਲਾ ਸੈਕਟਰ ਹੈ, ਇਹਦੇ ਵਿੱਚ ਤਕਰੀਬਨ ਜਿਹੜੇ ਇੰਡੀਆ ਦੇ ਅੱਜ ਦੇ ਸਮੇਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਤਕਰੀਬਨ 43% ਲੋਕ ਨੇ ਜਿਹੜੇ ਉਹ ਕੰਮ ਕਰ ਰਹੇ ਨੇ। 43% ਲੋਕ ਮੁੱਢਲੇ ਖੇਤਰ ਦੇ ਵਿੱਚ ਕੰਮ ਕਰ ਰਹੇ ਨੇ। ਕੋਈ ਅਰਥ ਵਿਵਸਥਾ ਜਿਹੜੀ ਆ ਉਹ ਡਿਵੈਲਪ ਹੈ। ਠੀਕ ਹੈ, ਜਾਂ ਉਹ ਅਨਡਿਵੈਲਪ ਹੈ, ਜਾਂ ਉਹ ਡਿਵੈਲਪਿੰਗ ਹੈ। ਉਹ ਇਸ ਚੀਜ਼ 'ਤੇ ਨਿਰਭਰ ਕਰਦਾ ਕਿ ਉਹਦੇ ਕਿੰਨੇ % ਲੋਕ ਮੁੱਢਲੇ ਖੇਤਰ ਦੇ ਵਿੱਚ ਕੰਮ ਕਰਦੇ ਨੇ। ਠੀਕ ਹੈ, ਜਿਹੜੇ ਦੇਸ਼ ਜਿਹੜੇ ਗਰੀਬ ਹੋਣਗੇ, ਜਿਹੜੇ ਅਵਿਕਸਿਤ ਹੋਣਗੇ, ਉਹਦੇ ਮੁੱਢਲੇ ਖੇਤਰ ਦੇ ਵਿੱਚ ਜ਼ਿਆਦਾ ਲੋਕ ਕੰਮ ਕਰਦੇ ਹੋਣਗੇ। ਜਿਸ ਤਰ੍ਹਾਂ ਜਦੋਂ ਭਾਰਤ ਆਜ਼ਾਦ ਹੋਇਆ 1947 ਤਾਂ 70% ਦੇ ਕਰੀਬ ਲੋਕ ਜਿਹੜੇ ਸੀ ਉਹ ਮੁੱਢਲੇ ਖੇਤਰ 'ਚ ਕੰਮ ਕਰ ਰਹੇ ਸੀਗੇ। ਅੱਜ ਸਾਡੇ ਕੋਲ ਘੱਟ ਕੇ ਉਹ ਕਿੰਨੇ ਰਹਿ ਗਿਆ? 43% ਰਹਿ ਗਿਆ। ਦੂਸਰਾ ਸਾਡਾ ਸੈਕਟਰ ਹੈ ਗੌਣ ਖੇਤਰ ਜਾਂ ਸੈਕੰਡਰੀ ਖੇਤਰ, ਜਿਹਨੂੰ ਅਸੀਂ ਸੈਕਟਰ ਬੋਲਦੇ ਹਾਂ। ਠੀਕ ਹੈ, ਭਾਰਤ ਦੇ ਵਿੱਚ ਇਸ ਸਮੇਂ ਇਹਦੇ ਵਿੱਚ 25% ਲੋਕ ਨੇ ਜਿਹੜੇ ਉਹ ਕੰਮ ਕਰ ਰਹੇ ਨੇ। ਠੀਕ ਹੈ, 25% ਲੋਕ ਹਜੇ ਗੌਣ ਖੇਤਰ ਦੇ ਵਿੱਚ ਨੇ। ਇੱਧਰੋਂ ਫਸਟ ਸੈਕਟਰ ਦੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਘੱਟ ਰਹੀ ਆ, ਅਤੇ ਇੱਧਰ ਨੂੰ ਉਹ ਵੱਧਦੀ ਜਾ ਰਹੀ ਆ ਦੂਜੇ ਸੈਕਟਰ ਅਤੇ ਤੀਜੇ ਸੈਕਟਰ ਦੇ ਵਿੱਚ। ਹੁਣ ਗੌਣ ਖੇਤਰ ਦੇ ਵਿੱਚ ਕੀ ਆਉਂਦਾ? ਮੁੱਖ ਤੌਰ 'ਤੇ ਇਹਨੂੰ ਅਸੀਂ ਜ਼ਿਆਦਾ ਨਹੀਂ, ਮਤਲਬ ਜਿੱਦਾਂ ਇਹਨੂੰ ਆਪਾਂ ਖੇਤੀਬਾੜੀ ਨਾਲ ਕਰਤਾ, ਇਹਨਾਂ ਨੂੰ ਅਸੀਂ ਉਦਯੋਗਾਂ ਨਾਲ ਸੰਬੰਧਿਤ ਕਹਿ ਦਿੰਦੇ ਹਾਂ। ਇਹ ਉਹ ਖੇਤਰ ਹੁੰਦਾ ਆ ਜਿਹੜਾ ਕੱਚੇ ਮਾਲ ਦੇ ਤੌਰ ਦੇ ਉੱਤੇ ਪਹਿਲੇ ਸੈਕਟਰ ਨੂੰ ਇਸਤੇਮਾਲ ਕਰਦਾ ਆ। ਠੀਕ ਹੈ, ਇੱਥੋਂ ਜਿਹੜਾ ਆ ਇਹ ਕੱਚਾ ਮਾਲ ਰਹਿੰਦਾ, ਅਤੇ ਇੱਥੇ ਕੀ ਕਰਦਾ ਹੈ? ਉਦਯੋਗਾਂ ਦੇ ਵਿੱਚ ਨਵਾਂ ਉਤਪਾਦਨ ਕਰਦਾ ਆ, ਨਵੀਆਂ ਚੀਜ਼ਾਂ ਬਣਾਉਂਦਾ ਆ, ਅਤੇ ਅਰਥ ਵਿਵਸਥਾ ਨੂੰ ਪ੍ਰਦਾਨ ਕਰਦਾ ਆ। ਹੁਣ ਤੁਹਾਨੂੰ ਮੁੱਢਲਾ ਖੇਤਰ ਅਤੇ ਗੌਣ ਖੇਤਰ ਕਲੀਅਰ ਹੋ ਗਿਆ ਹੋਊਗਾ। ਅਤੇ ਹੁਣ ਸਾਡੇ ਕੋਲ ਤੀਸਰਾ ਜਿਹੜਾ ਖੇਤਰ ਆ ਗਿਆ, ਉਹਨੂੰ ਅਸੀਂ ਸੇਵਾ ਖੇਤਰ ਕਹਿੰਦੇ ਹਾਂ, ਜਿਹੜਾ ਪਾਠ ਨੰਬਰ 4 ਤੁਹਾਡੇ ਅਰਥ ਸ਼ਾਸਤਰ ਦੇ ਵਿੱਚ ਤੁਹਾਨੂੰ ਹੈਗਾ ਵੀ ਆ, ਜਿਹੜਾ ਅੱਜ ਦੇ ਸਮੇਂ ਕਾਫੀ ਜ਼ਿਆਦਾ ਜਿਹੜਾ ਆ ਉਹ ਵੱਧ ਰਿਹਾ। ਭਾਰਤ ਦੇ ਵਿੱਚ ਵੀ ਵੱਧ ਰਿਹਾ। ਇਹ 32% ਲੋਕ ਇਹਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਇੰਪਲੋਇਮੈਂਟ ਮਿਲੀ ਹੋਈ ਆ ਇੰਡੀਆ ਦੇ ਵਿੱਚ। ਠੀਕ ਹੈ, ਸੇਵਾ ਖੇਤਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਗਈਆਂ। ਠੀਕ, ਜਿਹੜੀਆਂ ਕਿ ਆਹ ਦੋਨੋਂ ਸੈਕਟਰਸ ਨੂੰ, ਪਹਿਲੇ ਜਿਹੜੇ 2 ਸੈਕਟਰ ਨੇ ਸਾਡੇ, ਇਹਨਾਂ ਨੂੰ ਕੀ ਕਰਦੀਆਂ ਨੇ? ਹੈਲਪ ਕਰਦੀਆਂ ਨੇ। ਇਹ ਕੁਛ ਨਵਾਂ ਨਹੀਂ ਕਰਦੀਆਂ। ਇਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜਾ ਆ ਉਹ ਕੰਮ ਹੈ ਉਹ ਹਿਊਮਨ ਰਿਸੋਰਸਿਸ ਦਾ ਹੁੰਦਾ ਹੈ। ਜਿਹੜੇ ਮੁੱਖ ਤੌਰ 'ਤੇ ਲੋਕ ਨੇ ਉਹ ਸੇਵਾਵਾਂ ਦਿੰਦੇ ਨੇ। ਸੇਵਾ ਖੇਤਰ ਜਿੱਦਾਂ ਤੁਸੀਂ ਕਹਿ ਲਓ ਸਕੂਲ ਦੇ ਵਿੱਚ ਅਧਿਆਪਕ ਹੈ। ਠੀਕ ਹੈ, ਅਧਿਆਪਕ ਕੀ ਕਰ ਰਿਹਾ? ਤੁਹਾਨੂੰ ਸੇਵਾ ਦੇ ਰਿਹਾ, ਤੁਹਾਨੂੰ ਕੋਈ ਚੀਜ਼ ਨਹੀਂ ਦੇ ਰਿਹਾ। ਠੀਕ ਹੈ, ਉਹ ਤੁਹਾਨੂੰ ਕੀ ਦੇ ਰਿਹਾ? ਆਪਣੀਆਂ ਸੇਵਾਵਾਂ ਦੇ ਰਿਹਾ। ਜਿੱਦਾਂ ਡਾਕਟਰ ਹੈ। ਠੀਕ ਹੈ, ਉਸ ਤੋਂ ਇਲਾਵਾ ਤੁਸੀਂ ਕਹਿ ਲਓ ਸਾਡੇ ਕੋਲ ਜਿੰਨੀਆਂ ਵੀ, ਚਾਹੇ ਆਪਾਂ ਹੋਟਲ ਇੰਡਸਟਰੀ ਦੀ ਗੱਲ ਕਰ ਲਈਏ। ਠੀਕ ਹੈ, ਹੋਟਲਸ ਨੇ। ਉਸ ਤੋਂ ਇਲਾਵਾ ਸਾਡੇ ਕੋਲ ਜਿਹੜੀਆਂ ਟਰਾਂਸਪੋਰਟੇਸ਼ਨ ਵਾਲੀ ਜਿੰਨੀ ਗੱਲ ਕਰ ਲਈਏ ਆਪਾਂ, ਟਰਾਂਸਪੋਰਟ ਹੈ ਡਿਪਾਰਟਮੈਂਟ ਜਿੰਨਾ, ਉਹ ਵੀ ਸਾਨੂੰ, ਚਾਹੇ ਜਹਾਜ਼ ਨੇ, ਚਾਹੇ ਟ੍ਰੇਨਸ ਨੇ, ਚਾਹੇ ਬੱਸਿਸ ਨੇ, ਉਹ ਤੁਹਾਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ। ਠੀਕ ਹੈ, ਤਾਂ ਇਹ ਸੈਕਟਰ ਹੈ ਜਿਹੜਾ ਉਹ ਬਹੁਤ ਜ਼ਿਆਦਾ, IT ਸੈਕਟਰ ਜਿੰਨਾ ਹੈਗਾ ਆ, ਇਨਫੋਰਮੇਸ਼ਨ ਟੈਕਨੋਲੋਜੀ ਦਾ ਜਿੰਨਾ ਹੈਗਾ ਆ, ਤੁਹਾਡੇ ਟੈਲੀਵਿਜ਼ਨ ਦੀ ਜਿਹੜੀਆਂ ਸੇਵਾਵਾਂ ਨੇ ਤੁਹਾਨੂੰ, ਠੀਕ ਹੈ,
ਉਹ ਮਿਲ ਰਹੀਆਂ ਨੇ। ਇਹ ਸਾਰੇ ਕੀ ਕਰ ਰਹੇ ਨੇ, ਤੁਹਾਨੂੰ ਸੇਵਾ ਖੇਤਰ ਦੇ ਰਹੇ ਨੇ। ਇਹ ਸੇਵਾਵਾਂ ਖੇਤਰ ਹੈ। ਚਾਹੇ ਸਾਡੀਆਂ ਬੈਂਕਸ ਹੈਗੀਆਂ ਨੇ, ਠੀਕ ਹੈ, ਇਹ ਵੀ ਸਾਨੂੰ ਕੀ ਕਰਦੀਆਂ ਨੇ, ਸੇਵਾਵਾਂ ਦਿੰਦੀਆਂ ਨੇ, ਸਾਡੇ ਪੈਸੇ ਦਾ ਪ੍ਰਬੰਧਨ ਕਰਦੀਆਂ ਨੇ। ਤਾਂ ਇਹ ਖੇਤਰ ਹੈ ਜਿਹੜਾ ਉਹਨੂੰ ਅਸੀਂ ਸੇਵਾ ਖੇਤਰ ਕਹਿੰਦੇ ਹਾਂ। ਤਾਂ ਇਸ ਕਰਕੇ ਤੁਹਾਨੂੰ ਇਹਨਾਂ ਤਿੰਨਾਂ ਖੇਤਰਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਅਗਰ ਤੁਸੀਂ ਪਹਿਲੇ 6 ਕੁਐਸਚਨ ਨੇ ਜਿਹੜੇ ਉਹਨਾਂ ਦੇ ਆਨਸਰ ਸਹੀ ਤਰੀਕੇ ਨਾਲ ਹੱਲ ਕਰਨੇ ਨੇ। ਹੁਣ ਦੂਸਰਾ ਸਾਡੇ ਕੋਲ ਜਿਹੜਾ ਪਾਰਟ ਆ ਗਿਆ ਸਾਡੀ ਕੰਪੀਟੈਂਸੀ ਦੇ ਵਿੱਚ, ਉਹ ਸੈਕੰਡ ਪਾਰਟ ਹੈ ਸਾਡੇ ਕੋਲ ਤੁਹਾਡਾ ਜਿਹੜਾ ਆ ਉਹ ਆਰਗੇਨਾਈਜ਼ਡ ਅਤੇ ਅਨਆਰਗੇਨਾਈਜ਼ਡ ਸੈਕਟਰ। ਇਹ ਵੀ ਕਲੀਅਰ ਹੋਣਾ ਚਾਹੀਦਾ ਤੁਹਾਨੂੰ। ਆਰਗੇਨਾਈਜ਼ ਦਾ ਮਤਲਬ ਕੀ ਹੁੰਦਾ, ਸੰਗਠਿਤ। ਸੰਗਠਿਤ ਨੂੰ ਆਪਾਂ ਦੂਸਰੀ ਤਰੀਕੇ ਨਾਲ ਇੱਕ ਕਹਿ ਲਈਏ ਸਰਕਾਰੀ ਜਾਂ ਅਰਧ ਸਰਕਾਰੀ ਸੈਕਟਰ ਵੀ ਹੋ ਸਕਦਾ, ਜਾਣੀ ਕਿ ਉਹ ਖੇਤਰ ਜਿਹਦੇ ਵਿੱਚ ਲੋਕਾਂ ਨੂੰ ਇੱਕ ਸੰਗਠਨ ਦੇ ਅਧੀਨ ਜਿਹੜੀਆਂ ਉਹ ਸਰਵਿਸਿਜ਼ ਨੇ, ਨੌਕਰੀਆਂ ਨੇ, ਮਿਲੀਆਂ ਹੋਈਆਂ ਨੇ। ਅਗਰ ਆਪਾਂ ਭਾਰਤ ਦੇ ਗੱਲ ਕਰੀਏ, ਭਾਰਤ ਦੇ ਸੰਦਰਭ 'ਚ ਗੱਲ ਕਰੀਏ, ਤਾਂ ਭਾਰਤ ਦੇ 17% ਲੋਕ ਨੇ ਜਿਹੜੇ ਉਹ ਆਰਗੇਨਾਈਜ਼ ਸੈਕਟਰ ਦੇ ਵਿੱਚ ਨੇ। ਸੰਗਠਿਤ ਜਿਹੜੇ ਕੰਪਨੀਆਂ ਨੇ ਉਹਨਾਂ ਦੇ ਵਿੱਚ ਜਾਂ ਸਰਕਾਰੀ ਕੰਪਨੀਆਂ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਨੇ। ਅਤੇ ਭਾਰਤ ਦੇ ਜ਼ਿਆਦਾਤਰ ਲੋਕ ਨੇ ਜਿਹੜੇ ਉਹ 83% ਦੇ ਕਰੀਬ ਉਹ ਅਨਆਰਗੇਨਾਈਜ਼ ਜਾਂ ਅਨਸਕਿਲਡ ਲੇਬਰ ਹੈ। ਇਹਨਾਂ ਨੂੰ ਸਕਿਲਡ ਵੀ ਇਹ ਹੋ ਸਕਦੇ ਨੇ, ਇਹ ਸਕਿਲਡ ਲੇਬਰ ਹੀ ਹੋਊਗੀ, ਠੀਕ ਹੈ। ਇਹ ਅਨਸਕਿਲਡ ਵੀ ਹੋ ਸਕਦੇ ਨੇ, ਠੀਕ। ਅਨਆਰਗੇਨਾਈਜ਼ਡ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿੱਦਾਂ ਸਾਡੇ ਜਿੰਨੇ ਵੀ ਦਿਹਾੜੀਦਾਰ ਬੰਦੇ ਨੇ, ਠੀਕ ਹੈ, ਰੇਹੜੀ ਫੜੀ ਵਾਲੇ ਨੇ, ਦੁਕਾਨਦਾਰ ਜਿਨ੍ਹਾਂ ਦੀਆਂ ਆਪਣੀਆਂ ਨੇ, ਜਾਣੀ ਕਿ ਜਿੰਨਾ ਵੀ ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਜਿਨ੍ਹਾਂ ਦੀ ਆਪਣੀ ਮਾਲਕੀ ਹੈ ਕਿਸੇ ਖਾਸ ਵੱਡੀਆਂ ਕੰਪਨੀ, ਇਹਨੂੰ ਆਪਾਂ ਬ੍ਰਾਂਡਡ ਕਹਿ ਸਕਦੇ ਹਾਂ ਅੱਜ ਦੇ ਸਮੇਂ 'ਚ ਜੇ ਤੁਹਾਡੀ ਭਾਸ਼ਾ 'ਚ ਗੱਲ ਕਰੀਏ। ਇਹ ਬ੍ਰਾਂਡਡ ਚੀਜ਼ਾਂ ਨੇ। ਟਾਟਾ, ਠੀਕ ਹੈ, ਚਾਹੇ ਪ੍ਰਾਈਵੇਟ ਹੈ ਪਰ ਉਹ ਇੱਕ ਆਰਗੇਨਾਈਜੇਸ਼ਨ ਹੈਗੀ ਆ। ਰਿਲਾਇੰਸ ਆਰਗੇਨਾਈਜੇਸ਼ਨ ਹੈ, ਠੀਕ ਹੈ। ਜਾਂ ਜਿੰਨੀਆਂ ਸਰਕਾਰੀ ਨੇ, ਐਜੂਕੇਸ਼ਨ ਡਿਪਾਰਟਮੈਂਟ ਹੈ, ਜਾਂ ਜਿੰਨੀਆਂ ਰੇਲਵੇ ਹੈ, ਇਹ ਸਾਰੇ ਆਰਗੇਨਾਈਜ਼ ਸੈਕਟਰ ਦੀ ਗੱਲ ਹੈ। ਇਹ ਉਦਾਹਰਨਾਂ ਨੇ ਸਾਡੇ ਕੋਲ। ਅਨਆਰਗੇਨਾਈਜ਼ ਦੇ ਵਿੱਚ ਜਿੰਨੇ ਵੀ ਅਸੀਂ ਦੇਖਦੇ ਹਾਂ, ਚਾਹੇ ਕਿਸੇ ਨੇ ਕੋਈ ਕਿਰਾਏ ਦਾ ਕੰਮ ਕਰ ਰਿਹਾ, ਠੀਕ ਹੈ, ਚਾਹੇ ਕਿਸੇ ਨੇ ਰੇਹੜੀ ਫੜੀ ਲਾਈ ਹੋਈ ਆ, ਦਿਹਾੜੀ ਕਰ ਰਿਹਾ, ਕੋਈ ਮਿਸਤਰੀ ਹੈਗਾ, ਉਹ ਸਾਰੇ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਨੇ। ਛੋਟੀਆਂ ਛੋਟੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ, ਚਾਹੇ ਖਾਣੇ ਦਾ ਕੰਮ ਲੋਕਾਂ ਨੇ ਕਰਿਆ ਹੋਇਆ, ਤਾਂ ਉਹ ਸਾਰਾ ਅਨਆਰਗੇਨਾਈਜ਼ ਸੈਕਟਰ ਹੈ। ਅਤੇ ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਕੀ ਨੇ, 83% ਤੱਕ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਸਿਰਫ 17% ਲੋਕ ਨੇ ਜਿਹੜੇ ਉਹ ਆਰਗੇਨਾਈਜ਼ਡ ਦੇ ਵਿੱਚ ਕੰਮ ਕਰਦੇ ਹੈਗੇ ਨੇ। ਇਹ ਸਾਡਾ ਸੈਕਿੰਡ ਕਨਸੈਪਟ ਹੋ ਗਿਆ। ਹੁਣ ਸਾਡੇ ਕੋਲ ਤੀਸਰਾ ਕਨਸੈਪਟ ਹੈ ਜੋ ਸਾਡਾ, ਉਹ ਆਉਂਦਾ ਆ ਤੀਸਰੇ ਦੇ ਵਿੱਚ ਹੈ ਸਾਡੇ ਕੋਲ ਈ ਕਮਰਸ, ਠੀਕ ਹੈ। ਈ ਕਮਰਸ ਦੇ ਵਿੱਚ ਕੀ ਹੈ, ਉਹ ਪਹਿਲਾਂ ਗੱਲ ਕਰ ਰਿਹਾ ਵਪਾਰ ਦੀ। ਵਪਾਰ ਪੁਰਾਣੇ ਸਮੇਂ ਤੋਂ ਅਤੇ ਹੁਣ ਦੇ ਸਮੇਂ ਤੱਕ ਜਿਹੜਾ ਚੇਂਜ ਹੋਇਆ, ਉਹਦੇ ਵਿੱਚ ਕੀ ਚੇਂਜ ਹੋਇਆ। ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ, ਲੋਕ ਵਸਤ ਵਟਾਂਦਰਾ ਪ੍ਰਣਾਲੀ ਸੀ, ਇੱਕ ਚੀਜ਼ ਲੈਂਦੇ ਸੀ ਉਸ ਦੇ ਬਦਲੇ ਚੀਜ਼ਾਂ ਹੀ ਦਿੰਦੇ ਸੀ। ਅਗਰ ਆਪਾਂ ਪੁਰਾਣੇ ਸਮੇਂ 'ਚ ਭਾਰਤ ਦੀ ਗੱਲ ਕਰੀਏ ਤਾਂ ਇੱਥੋਂ ਮਸਾਲੇ ਬਾਹਰ ਭੇਜੇ ਜਾਂਦੇ ਸੀਗੇ, ਠੀਕ ਹੈ। ਇੱਥੋਂ ਜਿਹੜਾ ਸੀਗਾ ਸੂਤੀ ਕੱਪੜਾ ਬਾਹਰ ਭੇਜਿਆ ਜਾਂਦਾ ਸੀ, ਠੀਕ ਹੈ। ਤਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ। ਪਰ ਅੱਜ ਦੇ ਸਮੇਂ 'ਚ ਕੀ ਹੋ ਗਿਆ, ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ। ਅੱਜ ਦੇ ਸਮੇਂ ਵਿੱਚ ਪ੍ਰੋਸੈਸਡ ਜਿਹੜੀਆਂ ਚੀਜ਼ਾਂ ਨੇ, ਜਾਂ ਆਪਾਂ ਸੌਫਟਵੇਅਰ ਦੀ ਗੱਲ ਕਰ ਲਈਏ, ਉਹ ਚੀਜ਼ਾਂ ਆ ਗਈਆਂ। ਅਤੇ ਵਪਾਰ ਦਾ ਰੂਪ ਵੀ ਬਦਲ ਗਿਆ। ਵਪਾਰ ਦਾ ਰੂਪ ਕਿਸ ਤਰ੍ਹਾਂ ਬਦਲ ਗਿਆ, ਜਦੋਂ ਦਾ ਇੰਟਰਨੈਟ ਆਇਆ, ਠੀਕ ਹੈ। ਇੰਟਰਨੈਟ ਆਇਆ, ਇਹਨੇ ਕੀ ਕਰਤਾ, ਦੁਨੀਆ ਨੂੰ ਬਹੁਤ ਹੀ ਇੱਕ ਗਲੋਬਲ ਵਿਲੇਜ ਬਣਾਤਾ, ਠੀਕ ਹੈ। ਜਿਹਦੇ ਨਾਲ ਸਾਡੇ ਕੋਲ ਆ ਨਵਾਂ ਕੰਸੈਪਟ ਆ ਗਿਆ ਈ ਕਮਰਸ। ਈ ਕਮਰਸ ਦਾ ਮਤਲਬ ਇਲੈਕਟ੍ਰੋਨਿਕ ਵਪਾਰ, ਠੀਕ। ਹੁਣ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਕੋਈ ਛੋਟੀ ਮੋਟੀ ਚੀਜ਼ ਵੀ ਖਰੀਦਣੀ ਆ, ਤੁਸੀਂ ਐਮਾਜ਼ੋਨ 'ਤੇ ਜਾ ਕੇ ਖਰੀਦਦੇ ਹੋ, ਠੀਕ ਹੈ। ਔਨਲਾਈਨ ਜਿਹੜੀ ਸ਼ਾਪਿੰਗ ਹੈ ਤੁਹਾਡੀ ਜਿੰਨੀ ਹੋ ਰਹੀ ਆ, ਉਹ ਸਾਰੀ ਕੀ ਹੋ ਗਈ, ਉਹ ਸੌਖੀ ਹੋ ਗਈ। ਅਤੇ ਤੁਸੀਂ ਘਰ ਬੈਠੇ ਹੀ, ਇੱਕ ਪਿੰਡ ਦੇ ਵਿੱਚ ਬੈਠੇ ਵੀ ਤੁਸੀਂ ਵੱਡੇ ਤੋਂ ਵੱਡੇ ਇੰਟਰਨੈਸ਼ਨਲ ਮਾਰਕੀਟ ਤੋਂ ਤੁਸੀਂ ਜਿਹੜਾ ਆ ਉਹ ਸਮਾਨ ਹੈ ਜਿਹੜਾ ਉਹ ਖਰੀਦ ਸਕਦੇ ਹੋ। ਤਾਂ ਇਹਨੂੰ ਅਸੀਂ ਈ ਕਮਰਸ ਕਹਿੰਦੇ ਹਾਂ, ਇਲੈਕਟ੍ਰੋਨਿਕ ਵਪਾਰ ਕਹਿੰਦੇ ਹਾਂ, ਠੀਕ ਹੈ। ਜਿਹਦੇ ਨਾਲ ਕੀ ਹੋ ਗਿਆ ਕਿ ਆਮ ਬੰਦੇ ਦੀ ਪਹੁੰਚ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ। ਅਤੇ ਦੂਸਰਾ ਉਸ ਦੇ ਨਾਲ ਕੀ ਹੋ ਗਿਆ, ਵੱਡੀ ਤੋਂ ਵੱਡੀ ਕੰਪਨੀ ਹੈ ਜਿਹਨਾਂ ਨੂੰ ਅਸੀਂ MNCs ਕਹਿੰਦੇ ਹਾਂ, ਮਲਟੀਨੈਸ਼ਨਲ ਕੰਪਨੀਜ਼ ਨੇ ਜਿਹੜੀਆਂ, ਉਹਨਾਂ ਦੀ ਪਹੁੰਚ ਆ ਜਿਹੜੀ ਇੱਕ ਪਿੰਡਾਂ ਤੱਕ, ਇੱਕ ਆਮ ਲੋਕ ਤੱਕ ਹੋ ਗਈ ਆ। ਉਹ ਵੀ ਹੁਣ ਉਹਨਾਂ ਦੀ ਪਹੁੰਚ ਹੋ ਗਈ, ਜਾਣੀ ਕਿ ਮਾਰਕੀਟ ਆ ਜਿਹੜੀ ਹੁਣ ਬਾਜ਼ਾਰ ਜਿਹੜਾ ਇੱਕ ਜਗ੍ਹਾ ਤੱਕ ਸੀਮਤ ਨਹੀਂ ਰਿਹਾ। ਹੁਣ ਅਸੀਂ ਬਾਜ਼ਾਰ ਨੂੰ ਜਿਹੜਾ ਆ ਉਹ ਪੂਰੇ ਸੰਸਾਰ ਦੇ ਵਿੱਚ ਘਰ ਘਰ ਤੱਕ ਪਹੁੰਚਾਤਾ। ਔਨਲਾਈਨ ਜਿਹੜੀ ਹੈ ਉਹ ਜਿਹੜਾ ਵਪਾਰ ਕਾਰਨ, ਈ ਕਮਰਸ ਦੇ ਕਾਰਨ। ਤਾਂ ਇਸ ਤਰੀਕੇ ਨਾਲ ਇਹ ਤਿੰਨ ਕਨਸੈਪਟ ਜਦੋਂ ਤੁਹਾਨੂੰ ਕਲੀਅਰ ਹੋ ਗਏ, ਠੀਕ ਹੈ, ਇਹ ਤਿੰਨਾਂ ਦੇ ਬਾਰੇ ਹੀ ਦੇਖੋ, ਇਹਦੇ ਵਿੱਚ ਉਹ ਗੱਲ ਕਰ ਰਿਹਾ ਹੈਗਾ ਆ।
ਆ ਜਦੋਂ 3 ਕੰਪੀਟੈਂਸੀਜ਼ ਨੇ, ਇਹਨਾਂ ਦੇ ਬਾਰੇ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਤੇ ਇੱਥੇ ਇਹ ਮੰਨ ਕੇ ਚੱਲ ਰਿਹਾ। ਠੀਕ ਹੈ, ਉਮੀਦ ਕਰਦਾ ਹੁਣ ਇਹ ਤਿੰਨਾਂ ਜਿਹੜੀਆਂ ਨੇ ਤੁਹਾਨੂੰ ਗੱਲ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਸੈਕਟਰ ਬਾਰੇ ਤੁਹਾਨੂੰ ਜਾਣਕਾਰੀ ਹੋ ਗਈ ਹੋਗੀ। ਤੁਹਾਨੂੰ ਅਨਆਰਗੇਨਾਈਜ਼ਡ ਤੇ ਆਰਗੇਨਾਈਜ਼ਡ ਸੈਕਟਰ ਬਾਰੇ ਪਤਾ ਲੱਗ ਗਿਆ ਹੋਗਾ ਤੇ ਤੁਹਾਨੂੰ ਈ-ਕਮਰਸ ਕਿਹਨੂੰ ਕਹਿੰਦੇ ਨੇ ਇਹਨਾਂ ਬਾਰੇ ਜਾਣਕਾਰੀ ਹੋ ਗਈ ਹੋਗੀ। ਹੁਣ ਇੱਕ ਗੱਲ ਦਾ ਬੱਚਿਓ ਖਿਆਲ ਰੱਖਿਓ, ਜਿੰਨਾ ਅਸੀਂ ਪਾਠ ਦੇ ਵਿੱਚ ਇੱਥੇ ਹੱਲ ਕਰਿਆ, ਆ ਸਾਰਾ ਕੁਝ ਜੋ ਲਿਖਿਆ, ਠੀਕ ਹੈ, ਇਹਨੂੰ ਵੀਡੀਓ ਨੂੰ ਚਲਾਉਂਦੇ ਵਕਤ ਇਕੱਲਾ ਸੁਣਿਓ ਨਾ, ਕਾਪੀ ਲੈ ਕੇ ਉਹਦੇ 'ਤੇ ਲਿਖਿਓ, ਤਾਂ ਤੁਹਾਨੂੰ ਜਿਹੜਾ ਆ ਉਹ ਤੁਹਾਨੂੰ ਆਨਸਰਸ ਨੇ ਜਿਹੜੇ ਉਹ ਕਲੀਅਰ ਹੋਣਗੇ ਤੇ ਤੁਹਾਨੂੰ ਕਨਸੈਪਟ ਕਲੀਅਰ ਹੋਣਗੇ। ਤੇ ਤੁਸੀਂ 10ਵੀਂ ਵਾਲੇ ਨੇ ਪਾਠ ਨੰਬਰ 4 ਜਿਹੜਾ ਤੁਹਾਡਾ ਹੈਗਾ, ਠੀਕ ਹੈ, ਉਹਨੂੰ ਧਿਆਨ ਨਾਲ ਪੜ੍ਹਨਾ ਆ, ਸਮਝਣਾ ਆ। ਤੇ ਹੁਣ ਆਪਾਂ ਇੱਕ ਇੱਕ ਕੁਐਸਚਨ ਨੂੰ ਹੱਲ ਕਰਾਂਗੇ, ਪਹਿਲਾਂ ਪੜ੍ਹਾਂਗੇ ਤੇ ਫਿਰ ਦੇਖਾਂਗੇ ਉਹਦਾ ਉੱਤਰ ਕੀ ਆ, ਤੇ ਉਹਦੇ ਨਾਲ ਤੁਹਾਨੂੰ ਜਿਹੜਾ ਆ ਉਹ ਮੈਂ ਹੋਰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਹੁਣ ਦੇਖੋ ਸਾਡੇ ਕੋਲ ਕੁਐਸਚਨ ਆ ਗਿਆ ਪਹਿਲਾਂ ਹੀ, ਪ੍ਰਾਥਮਿਕ ਖੇਤਰ। ਠੀਕ ਹੈ, ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਠੀਕ, ਮੈਂ ਤੁਹਾਨੂੰ ਕਿਹਾ ਸੀ ਪ੍ਰਾਥਮਿਕ ਖੇਤਰ ਅਸੀਂ ਕਿਹਨੂੰ ਕਹਿੰਦੇ ਹਾਂ? ਮੁੱਢਲੇ ਖੇਤਰ ਨੂੰ ਕਹਿੰਦੇ ਹਾਂ। ਮੁੱਢਲੇ ਖੇਤਰ 'ਚ ਕੀ ਆਉਂਦੀ ਆ ਮੁੱਖ ਤੌਰ 'ਤੇ? ਖੇਤੀਬਾੜੀ। ਮੁੱਢਲੇ ਖੇਤਰ 'ਚ ਕੀ ਆਉਂਦੀ ਆ? ਖੇਤੀਬਾੜੀ। ਤਾਂ ਹੁਣ ਖੇਤੀਬਾੜੀ ਰੀੜ੍ਹ ਦੀ ਹੱਡੀ ਹੈ। ਹੁਣ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ, ਕਿਉਂਕਿ ਜੇ ਤੁਸੀਂ ਸਿੱਧਾ ਕੁਐਸਚਨ ਕਰਦੇ ਪ੍ਰਾਥਮਿਕ ਖੇਤਰ, ਜੇ ਹੁਣ ਜਿਹੜੇ ਬੱਚੇ ਨੂੰ ਪ੍ਰਾਥਮਿਕ ਖੇਤਰ ਹੀ ਨਹੀਂ ਪਤਾ ਕੀ ਆ, ਤਾਂ ਉਹਦਾ ਆਨਸਰ ਕੀ ਦੇਊਗਾ? ਹੁਣ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਖੇਤੀਬਾੜੀ ਸੈਕਟਰ ਜਿਹੜਾ ਉਹ ਪ੍ਰਾਥਮਿਕ ਖੇਤਰ ਦੇ ਵਿੱਚ ਆਉਂਦਾ, ਤੇ ਖੇਤੀਬਾੜੀ ਇਕੱਲੀ ਨਹੀਂ, ਉਹਦੇ ਨਾਲ ਉਹਦੇ ਸਾਰੇ ਹੀ ਸਹਾਇਕ ਧੰਦੇ ਵੀ ਜਿਹੜੇ ਨੇ ਉਹ ਖੇਤੀਬਾੜੀ ਸੈਕਟਰ 'ਚ ਆਉਂਦੇ। ਹੁਣ ਦੇਖੋ, ਇਸ ਖੇਤਰ ਵਿੱਚ ਸਭ ਤੋਂ ਵੱਧ ਆਮਦਨ ਪੈਦਾ ਕਰਨ ਵਾਲਾ ਖੇਤਰ ਹੈ। ਜਦ ਸਾਡੇ ਜਿਹੜੇ 43% ਲੋਕ ਇਹਦੇ 'ਚ ਲੱਗਿਆ, ਤਾਂ ਇੱਥੋਂ ਹੀ ਆਮਦਨ ਵੱਧ ਹੋਊਗੀ। ਜਨਸੰਖਿਆ ਦਾ ਵੱਡਾ ਹਿੱਸਾ ਉਹ ਵੀ 43% ਲੋਕ ਨੇ ਤਾਂ ਆ ਰਿਹਾ। ਠੀਕ ਹੈ, ਇਹ ਇੱਕ ਅਜਿਹਾ ਖੇਤਰ ਹੈ ਜੋ ਵਸਤੂਆਂ ਨੂੰ ਨਿਰਯਾਤ ਕਰਦਾ ਹੈ। ਬਿਲਕੁਲ ਸਹੀ ਆ। ਚਾਹੇ ਚਾਹ ਹੈ, ਚਾਹੇ ਪਟਸਨ ਹੈ, ਠੀਕ ਹੈ, ਚਾਹੇ ਕਾਟਨ ਹੈਗੀ ਆ, ਕਪਾਹ ਆ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਥੋਂ ਬਾਹਰ ਭੇਜਦੇ ਹਾਂ, ਨਿਰਯਾਤ ਕਰਦੇ ਹਾਂ। ਇਹ ਹੁਨਰਮੰਦਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਾਲਾ ਖੇਤਰ ਹੈ। ਠੀਕ ਹੈ, ਹੁਣ ਇੱਥੇ ਸਾਰੀਆਂ ਚੀਜ਼ਾਂ ਨੇ। ਹੁਣ ਇੱਥੇ ਸਾਡੇ ਕੋਲ ਕੀ ਆ? ਸਾਡਾ ਜਿਹੜਾ ਹੋਆ ਮੇਨ ਕਾਰਨ ਕੀ ਆ? ਮੈਂ ਜਿਹੜੇ ਤੁਹਾਨੂੰ 43% ਦੇ ਵਿੱਚ ਗੱਲ ਕਰੀ ਆ, ਤਾਂ ਸਾਡਾ ਇਹਨਾਂ ਚਾਰੋਂ ਆਪਸ਼ਨਸ ਦੇ ਵਿੱਚੋਂ ਆਮਦਨ ਇੱਥੋਂ ਆਉਂਦੀ ਆ, ਪਤਾ ਨਹੀਂ ਵੱਧ ਆਉਂਦੀ ਆ, ਸੈਕਿੰਡ 'ਚੋਂ ਆਉਣ ਲੱਗ ਗਈ। ਪਰ ਹੁਣ ਇੱਥੇ ਸਾਡੇ ਕੋਲ ਜਿਹੜਾ ਸਹੀ ਆਨਸਰ ਹੈ ਉਹ ਇਹ ਆ ਕਿ ਭਾਰਤ ਦੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ 43% ਲੋਕ ਨੇ ਜਿਹੜੇ ਉਹ ਇਹਨਾਂ ਨੂੰ ਇੱਥੇ ਰੁਜ਼ਗਾਰ ਮਿਲਿਆ ਹੋਇਆ, ਉਹ ਇਸ ਖੇਤਰ ਦੇ ਉੱਤੇ ਨਿਰਭਰ ਕਰਦੇ ਨੇ। ਤਾਂ ਸਾਡਾ ਆਪਸ਼ਨ 2 ਹੈ ਜਿਹੜਾ ਉਹ ਸਹੀ ਹੈਗਾ ਉਰੇ। ਠੀਕ ਹੈ, ਨੰਬਰ 2 ਫਿਰ ਉਹੀ ਪ੍ਰਾਥਮਿਕ ਖੇਤਰ, ਖਿਆਲ ਰੱਖਣਾ ਖੇਤੀਬਾੜੀ ਨੂੰ। ਠੀਕ ਹੈ, ਉਹਨਾਂ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੋ ਉਤਪਾਦਨ ਦੇ ਵਿੱਚ ਕੀ ਕਰਦੇ ਨੇ? ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਨੇ। ਠੀਕ ਹੈ, ਖੇਤੀਬਾੜੀ ਆ, ਚਾਹੇ ਡੈਰੀ ਫਾਰਮਿੰਗ ਆ, ਚਾਹੇ ਆਪਾਂ ਮੱਛੀ ਪਾਲਣ ਲੈ ਲਈਏ, ਕੁਛ ਵੀ ਜੰਗਲਾਂ ਦਾ ਕੰਮ ਲੈ ਲਈਏ। ਠੀਕ ਹੈ, ਤਾਂ ਉੱਥੇ ਆਪਾਂ ਕੀ ਕਰ ਰਹੀਏ? ਚਾਹੇ ਖਾਨਾਂ 'ਚੋਂ ਜਿਹੜਾ ਆ ਉਹ ਆਪਾਂ ਜਿਹੜੇ ਨੇ ਖਣਿਜ ਕੱਢਣ ਦਾ ਕੰਮ ਲੈ ਲਈਏ, ਅਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਹਾਂ। ਤਾਂ ਹੁਣ ਤੁਸੀਂ ਕੀ ਦੱਸਣਾ ਕਿ ਆ ਜਿਹੜੇ ਥੱਲੇ ਵਾਲੇ 4 ਆਪਸ਼ਨ ਨੇ, ਕੁਐਸਚਨ ਤੁਹਾਡਾ ਕੀ ਆ? ਕਹਿੰਦਾ ਉਹ ਕਿਹੜੀ ਕਿਰਿਆ ਹੈ ਜੋ ਪ੍ਰਾਥਮਿਕ ਖੇਤਰ ਦਾ ਹਿੱਸਾ ਨਹੀਂ ਹੈ, ਜਾਣੀ ਕਿ ਜਿੱਥੇ ਅਸੀਂ ਕੁਦਰਤੀ ਸਾਧਨਾਂ ਦਾ ਇਸਤੇਮਾਲ ਨਹੀਂ ਕਰਦੇ। ਹੁਣ ਦੇਖੋ, ਮੱਛੀ ਪਾਲਣ 'ਚ ਕਰਦੇ ਹਾਂ, ਠੀਕ ਹੈ, ਖੇਤੀ ਕਰਨ 'ਚ ਵੀ ਕਰਦੇ ਹਾਂ, ਡੇਅਰੀ ਫਾਰਮਿੰਗ 'ਚ ਵੀ ਕਰਦੇ ਹਾਂ, ਡੰਗਰ ਪਾਲਣੇ ਨੇ ਤਾਂ ਵੀ ਸਾਨੂੰ ਤੋਂ। ਪਰ ਜਦ ਅਸੀਂ ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ, ਉਸਾਰੀ ਦਾ ਕੰਮ ਕਰਦੇ ਹਾਂ, ਠੀਕ ਹੈ, ਜਦੋਂ ਅਸੀਂ ਕੋਈ ਉਸਾਰੀ ਦਾ ਕੰਮ ਕਰਾਂਗੇ ਤਾਂ ਉੱਥੇ ਜਿਹੜਾ ਹੈ ਅਸੀਂ ਕੀ ਹੈਗਾ ਆ? ਅਸੀਂ ਇੱਟਾਂ ਦਾ ਇਸਤੇਮਾਲ ਕਰਾਂਗੇ, ਸੀਮੈਂਟ ਦਾ ਇਸਤੇਮਾਲ ਕਰਾਂਗੇ, ਕੁਛ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਜਿਹੜੀਆਂ ਕਿ ਸਾਨੂੰ ਪ੍ਰਾਥਮਿਕ ਸੈਕਟਰ ਦਾ ਸਾਡੇ ਹਿੱਸਾ ਨਹੀਂ ਹੈ। ਇਹ ਕਿਹਦਾ ਹਿੱਸਾ ਹੋ ਗਿਆ? ਕੰਸਟਰਕਸ਼ਨ ਹੈ ਜਿਹੜਾ ਉਹ ਸਾਡੇ ਦੂਸਰੇ ਗੌਣ ਖੇਤਰ ਦਾ ਜਿਹੜਾ ਹਿੱਸਾ ਬਣ ਗਿਆ। ਤਾਂ ਇਸ ਕਰਕੇ ਸਾਡਾ ਉਸਾਰੀ ਕਰਨਾ ਜਿਹੜਾ ਉਹ ਸਾਡਾ ਆਨਸਰ ਸੈਕਿੰਡ ਦਾ ਹੈ। ਨੰਬਰ 3, ਨਮਨ ਦੇ ਦਾਦਾ ਨੇ ਜੀ ਨੇ ਉਸ ਨੂੰ ਦੱਸਿਆ ਕਿ ਗੌਣ ਖੇਤਰ ਨੂੰ ਨਿਰਮਾਣ ਖੇਤਰ ਵੀ ਕਹਿੰਦੇ ਨੇ। ਦੇਖੋ, ਹੁਣ ਜਿਹੜੀ ਆਪਾਂ ਉੱਪਰ ਗੱਲ ਕਰਕੇ ਹਟੇ ਹਾਂ, ਉਸਾਰੀ ਕਰਨਾ, ਨਿਰਮਾਣ ਕਰਨਾ, ਇਹਨੂੰ ਮੁੱਢਲਾ ਖੇਤਰ ਨਹੀਂ ਕਹਿੰਦੇ, ਗੌਣ ਖੇਤਰ ਕਹਿੰਦੇ ਨੇ। ਇਹ ਖੇਤਰ ਸਾਧਨਾਂ ਦੀ ਕੱਚੇ ਮਾਲ ਦੀ ਵਰਤੋਂ ਕਰਦਾ ਹੈ ਅਤੇ ਕੀ ਕਰਦਾ ਆ? ਹੇਠ ਲਿਖੀਆਂ ਕੱਚੇ ਮਾਲ ਦੀ ਵਰਤੋਂ ਕਰਕੇ ਮੈਂ ਤੁਹਾਨੂੰ ਦੱਸਿਆ ਜਿੰਨੇ ਉਦਯੋਗ ਨੇ, ਠੀਕ ਹੈ, ਉਹ ਸਾਰੇ ਕੀ ਕਰਦੇ ਨੇ? ਕੱਪੜਾ ਉਦਯੋਗ ਹੈ, ਕੋਈ ਵੀ ਵੱਡੇ ਉਦਯੋਗ ਜਿੰਨੇ ਵੀ ਨੇ ਉਹ ਕੀ ਕਰਦੇ ਨੇ? ਕੱਚਾ ਮਾਲ ਖੇਤੀਬਾੜੀ ਸੈਕਟਰ ਤੋਂ ਲੈਂਦੇ ਨੇ ਅਤੇ ਉਸ ਤੋਂ ਬਾਅਦ ਉਹਨੂੰ ਤਿਆਰ ਕਰਕੇ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ। ਤਾਂ ਹੁਣ ਤੁਸੀਂ ਦੱਸਣਾ, ਹੇਠ ਲਿਖੀਆਂ ਕਿਰਿਆਵਾਂ ਵਿੱਚੋਂ ਕਿਹੜੀ ਕਿਰਿਆ ਗੌਣ ਖੇਤਰ ਨਾਲ ਸੰਬੰਧ ਹੋਣ ਕਾਰਨ ਕੱਚੇ ਮਾਲ ਦੀ ਵਰਤੋਂ ਕਰਦੀ ਹੈ? ਠੀਕ ਹੈ, ਕੱਪੜਾ ਉਦਯੋਗ ਕਪਾਹ ਲੈਂਦਾ ਆ, ਗੰਨਾ ਉਦਯੋਗ ਗੰਨੇ ਤੋਂ, ਖੰਡ ਉਦਯੋਗ ਲਿਖਣਾ ਸੀ ਉਹਨੇ, ਠੀਕ ਹੈ, ਗੰਨਾ ਉਦਯੋਗ ਲਿਖਤਾ, ਤਾਂ ਖੰਡ ਕਾਹਦੇ ਤੋਂ ਬਣਦੀ ਆ? ਗੰਨੇ ਤੋਂ, ਉਹ ਵੀ ਖੇਤੀਬਾੜੀ ਤੋਂ ਆਉਂਦਾ। ਲੋਹ ਇਸਪਾਤ ਉਦਯੋਗ, ਇਹ ਵੀ ਜਿਹੜਾ ਕੱਚਾ ਲੋਹਾ ਖਾਨਾਂ ਤੋਂ ਕੱਢਿਆ ਜਾਂਦਾ ਆ। ਠੀਕ ਹੈ, ਤਾਂ ਇਸ ਕਰਕੇ ਸਾਡਾ ਜਿਹੜਾ ਆਨਸਰ ਇਹਦੇ ਵਿੱਚ ਕੀ ਹੋ ਗਿਆ? ਸਾਰੇ, ਇਹ ਸਾਰੇ ਹੀ ਸਾਰੇ ਕੀ ਨੇ? ਗੌਣ ਖੇਤਰ ਦਾ ਹਿੱਸਾ ਨੇ। ਇਹ ਕਿੱਥੋਂ ਕੱਚਾ ਮਾਲ ਲੈਂਦੇ ਨੇ? ਇਹ ਪਹਿਲੇ ਸੈਕਟਰ ਤੋਂ ਇਸਤੇਮਾਲ ਕਰਦੇ ਨੇ।
ਅਗਲਾ ਹੈ ਕੁਐਸਚਨ ਨੰਬਰ 4। ਗੌਣ ਖੇਤਰ ਹੈ ਜਿਹੜਾ, ਜਾਣੀ ਕਿ ਜਿਹੜਾ ਉਦਯੋਗ ਖੇਤਰ ਹੈ, ਸੈਕੰਡਰੀ ਖੇਤਰ ਹੈਗਾ, ਉੱਥੇ ਇੱਕ ਵੱਡੀ ਸਮੱਸਿਆ ਹੈ, ਸਾਹਮਣਾ ਕਰਨਾ ਪੈ ਰਿਹਾ ਭਾਰਤ ਦੇ ਵਿੱਚ। ਉਹ ਕਿਹੜਾ ਆ? ਠੀਕ ਹੈ, ਕੁਦਰਤੀ ਸਾਧਨਾਂ ਦੀ ਘਾਟ? ਨਹੀਂ, ਭਾਰਤ 'ਚ ਕੁਦਰਤੀ ਸਾਧਨਾਂ ਦੀ ਘਾਟ ਤਾਂ ਹੈ ਨਹੀਂ। ਸਿੱਧੇ ਵਿਦੇਸ਼ੀ ਨਿਵੇਸ਼ ਵੀ ਕਾਫੀ ਜ਼ਿਆਦਾ ਆ ਰਿਹਾ ਹੈਗਾ ਆ। ਸ਼ਹਿਰੀ ਖੇਤਰ ਵਿੱਚ ਆਬਾਦੀ ਆਬਾਦੀ ਵੱਧ ਹੈਗੀ ਆ, ਪਰ ਉਹ ਕੋਈ ਕਾਰਨ ਨਹੀਂ ਬਣਦਾ। ਅਸਲੀ ਭਾਰਤ ਦੇ ਵਿੱਚ ਉਦਯੋਗਾਂ ਦਾ ਜਿਹੜਾ ਸਹੀ ਵਿਕਾਸ ਨਹੀਂ ਹੋ ਰਿਹਾ, ਵੱਡੀ ਸਮੱਸਿਆ ਹੋ ਰਹੀ ਆ। ਉਹਦਾ ਕਾਰਨ ਨੰਬਰ 3 ਹੈ ਕਮਜ਼ੋਰ ਬੁਨਿਆਦੀ ਢਾਂਚਾ। ਬੁਨਿਆਦੀ ਢਾਂਚੇ ਤੋਂ ਮਤਲਬ ਕੀ ਹੁੰਦਾ ਆ? ਸਾਡੀਆਂ ਸੜਕਾਂ ਅੱਛੀਆਂ ਨਹੀਂ ਹੈਗੀਆਂ, ਸਾਡਾ ਟਰਾਂਸਪੋਰਟੇਸ਼ਨ ਦਾ ਸਿਸਟਮ ਸਹੀ ਨਹੀਂ ਹੈਗਾ, ਲੋਕਾਂ ਨੂੰ ਬਿਜਲੀ ਦੀ ਕਮੀ ਮਿਲ ਰਹੀ ਆ। ਉਦਯੋਗ ਇਸ ਕਰਕੇ ਇੱਥੋਂ ਉੱਠ ਰਹੇ ਨੇ ਜ਼ਿਆਦਾ ਵੱਡੇ ਉਦਯੋਗਾਂ ਨੂੰ, ਕਿਉਂਕਿ ਬਹੁਤ ਸਾਰੀ ਬਿਜਲੀ ਦੀ ਲੋੜ ਹੁੰਦੀ ਆ। ਠੀਕ ਹੈ, ਤਾਂ ਉਹਨਾਂ ਨੂੰ ਆਹ ਜਿਹੜੀਆਂ ਨੇ ਬੁਨਿਆਦੀ ਢਾਂਚਾ ਅਤੇ ਬਿਜਲੀ ਦੀ ਕਮੀ ਦੇ ਕਾਰਨ ਸਾਡੇ ਜਿਹੜੇ ਗੌਣ ਖੇਤਰ ਦੇ ਵਿੱਚ ਇੱਕ ਵੱਡੀ ਸਮੱਸਿਆ ਬਣੀ ਹੋਈ ਆ, ਜਿਹਦੇ ਕਰਕੇ ਉਦਯੋਗ ਨੇ ਜਿਹੜੇ ਇੰਡਸਟਰੀ ਆ ਸਾਡੀ, ਉਹ ਇੰਨਾ ਗਰੋ ਨਹੀਂ ਕਰ ਰਹੀ। ਫਿਰ ਅੱਗੇ ਹੈ ਸਾਨੂੰ ਤਸਵੀਰ ਦਿਖਾਈ ਗਈ ਆ। ਠੀਕ ਹੈ, ਦੇਖੋ ਆਹ ਲੋਕ ਦੋ ਆਪਸ 'ਚ ਮਿਲ ਰਹੇ ਨੇ। ਅਗਰ ਆਪਾਂ ਵਪਾਰ ਦੀ ਗੱਲ ਕਰ ਲਈਏ ਜਾਂ ਸ਼ੇਅਰ ਮਾਰਕੀਟ ਕੁਛ ਇਸ ਤਰ੍ਹਾਂ ਹੈ, ਆਹ ਸੇਵਾਵਾਂ ਆ ਵੀ ਤਾਂ ਸਾਰੀਆਂ ਨੇ। ਟਰਾਂਸਪੋਰਟੇਸ਼ਨ ਦੀ ਗੱਲ ਕਰ ਰਿਹਾ, ਸਾਰੇ ਤਿੰਨੋਂ ਚੀਜ਼ਾਂ ਦੇ ਵਿੱਚ। IT ਦੀ ਗੱਲ ਕਰ ਰਹੀ ਆ ਪਿਕਚਰ, ਤਾਂ ਇਹਨਾਂ ਦੇ ਵਿੱਚ ਸਾਨੂੰ ਕੀ ਦਿਖਾਇਆ ਹੋਇਆ? ਕਿਹੜੇ ਖੇਤਰ ਦੀ ਗੱਲ ਕਰ ਰਿਹਾ ਉਹ? ਠੀਕ ਹੈ, ਹੁਣ ਉਹਨੇ ਗੱਲ ਵੀ ਕਰੀ ਆ ਬੈਂਕਿੰਗ, ਬੀਮਾ, ਯਾਤਾਯਾਤ ਦੇ ਸਾਧਨ, ਸੰਚਾਰ ਦੀਆਂ ਸੇਵਾਵਾਂ। ਮੈਂ ਤੁਹਾਡੇ ਨਾਲ ਗੱਲ ਕਰ ਚੁੱਕਿਆ ਇਹਦੀ ਪਹਿਲਾਂ ਹੀ। ਠੀਕ ਹੈ, ਤਾਂ ਇਹ ਕਿਹੜੇ ਖੇਤਰ ਨਾਲ ਸੰਬੰਧਿਤ ਨੇ? ਇਹ ਸਾਰੇ ਦੇ ਸਾਰੇ ਸੇਵਾ ਖੇਤਰ ਨਾਲ ਸੰਬੰਧਿਤ ਨੇ। ਠੀਕ ਹੈ, ਇਹ ਸੇਵਾਵਾਂ ਦਾ ਜਿਹੜਾ ਸਾਡਾ ਤੀਸਰਾ ਖੇਤਰ ਹੈ, ਇਹ ਉਹਦੇ ਨਾਲ ਸੰਬੰਧਿਤ ਹੈ। ਕੁਝ ਪ੍ਰੋਡਕਟ ਨਹੀਂ ਕਰਦੇ, ਪਰ ਪ੍ਰੋਡਕਸ਼ਨ ਕਰਨ ਦੇ ਵਿੱਚ, ਚਾਹੇ ਪਹਿਲਾ ਖੇਤਰ ਹੈ ਚਾਹੇ ਦੂਜਾ ਖੇਤਰ ਹੈ, ਉਹਦੇ ਵਿੱਚ ਇਹ ਮਦਦ ਕਰਦੇ ਨੇ ਆਪਣੀਆਂ ਸੇਵਾਵਾਂ ਦੇ ਕੇ। ਨੰਬਰ 6 ਤੇ ਕੁਐਸਚਨ ਹੈ ਕਿਹੜੇ 3 ਖੇਤਰਾਂ ਕਥਨਾਂ ਵਿੱਚੋਂ, ਠੀਕ ਹੈ, ਆਪਸੀ ਨਿਰਭਰਤਾ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ? ਹੁਣ ਦੇਖੋ, ਮੈਂ ਤੁਹਾਡਾ ਆਨਸਰ ਉੱਪਰ 5ਵੇਂ ਕੁਐਸਚਨ ਦੇ ਨਾਲ ਦੇ ਵੀ ਚੁੱਕਿਆ। 3 ਖੇਤਰ ਨੇ ਸਾਡੇ, ਪ੍ਰਾਥਮਿਕ, ਗੌਣ ਅਤੇ ਸੇਵਾ। ਠੀਕ ਹੈ, ਹੁਣ ਆਹ ਖੇਤਰ ਕੀ ਕਰਦਾ? ਕੁਦਰਤ ਦਾ ਇਸਤੇਮਾਲ ਕਰਦਾ। ਇਹਦੇ 'ਤੇ ਨਿਰਭਰ ਕਰਦਾ, ਕੁਦਰਤ ਦੀਆਂ ਬਣੀਆਂ ਚੀਜ਼ਾਂ ਨੂੰ ਨਵਾਂ ਉਤਪਾਦਨ ਕਰਦਾ। ਪਰ ਜਿਹੜਾ ਸੇਵਾ ਖੇਤਰ ਹੈ, ਇਹ ਦੋਨਾਂ ਖੇਤਰਾਂ 'ਚ ਕੰਮ ਕਰਦਾ। ਇੱਥੇ ਵੀ ਕੀ ਆ? ਪ੍ਰਾਥਮਿਕ ਖੇਤਰ ਹੈ, ਇਹਨਾਂ ਨੂੰ ਕੀ ਚਾਹੀਦੀਆਂ ਨੇ? ਜੇ ਮੰਨ ਲਓ ਕੋਈ ਚੀਜ਼ ਆਪਾਂ ਨੇ ਖੇਤਾਂ 'ਚ ਪੈਦਾ ਕਰ ਲਈ, ਤਾਂ ਉਹਨੂੰ ਮੰਡੀ ਤੱਕ ਭੇਜਣ ਲਈ ਟਰਾਂਸਪੋਰਟ ਵੀ ਚਾਹੀਦੀ ਆ। ਠੀਕ ਹੈ, ਬੰਦੇ ਵੀ ਚਾਹੀਦੇ ਨੇ। ਠੀਕ, ਤੁਸੀਂ ਇੱਕ ਦੂਜੇ ਨੂੰ ਸੁਨੇਹਾ ਭੇਜਣਾ, ਮੰਡੀਆਂ ਦੇਖਣੀਆਂ ਨੇ, ਉਹਦੇ ਲਈ ਤੁਹਾਨੂੰ ਮਾਰਕੀਟ 'ਚ ਮਾਲ ਭੇਜਣਾ, ਸਾਰਾ ਕੁਝ। ਤਾਂ ਇੱਥੇ ਇਹਨਾਂ ਤੋਂ ਗੌਣ ਖੇਤਰ ਤੋਂ ਟਰੈਕਟਰ ਚਾਹੀਦੇ ਨੇ, ਖਾਦ ਚਾਹੀਦੇ ਨੇ ਇਹਨਾਂ ਦਾ ਉਤਪਾਦਨ ਕਰਨ ਲਈ। ਅਤੇ ਇਹਨਾਂ ਸਾਰਿਆਂ ਦੇ ਵਿੱਚ ਆਹ ਖੇਤਰ ਹੈ ਜਿਹੜਾ, ਉਹ ਦੋਨਾਂ ਦੇ ਵਿੱਚ ਹੀ ਕੰਮ ਆਉਂਦਾ ਆ। ਤਾਂ ਇਸ ਕਰਕੇ ਕੀ ਨੇ ਸਾਡੇ ਕੋਲ? ਹਰੇਕ ਖੇਤਰ ਇੱਕ ਦੂਜੇ ਤੋਂ ਸੁਤੰਤਰ ਤੌਰ 'ਤੇ ਕੰਮ ਕਰਦਾ ਹੈ? ਬਿਲਕੁਲ ਨਹੀਂ ਕਰਦਾ। ਪ੍ਰਾਥਮਿਕ ਖੇਤਰ ਸੇਵਾ ਖੇਤਰ 'ਤੇ ਨਿਰਭਰ ਕਰਦਾ ਹੈ, ਪਰ ਗੌਣ ਖੇਤਰ 'ਤੇ ਨਹੀਂ, ਬਿਲਕੁਲ ਨਹੀਂ। ਤਿੰਨੋਂ ਖੇਤਰਾਂ ਦੀ ਉਤਪਾਦਨ, ਵੰਡ ਅਤੇ ਸੇਵਾਵਾਂ ਲਈ ਆਪਸੀ ਅੰਤਰ ਨਿਰਭਰਤਾ ਹੈ। ਸਾਡਾ ਜਿਹੜਾ ਸਹੀ ਆਨਸਰ ਹੈ ਉਹ ਆਹ ਤਿੰਨੇ ਹੈਗਾ, ਕਿਉਂਕਿ ਤਿੰਨੇ ਖੇਤਰਾਂ ਦੇ ਵਿੱਚ ਸੇਵਾਵਾਂ ਦੀ ਵੀ ਲੋੜ ਹੈ। ਤਿੰਨੋਂ ਖੇਤਰਾਂ ਦੇ ਵਿੱਚ ਇੱਕ ਦੂਜੇ ਦੇ ਸਹਿਯੋਗ ਦੀ ਕੁਛ ਨਾ ਕੁਛ, ਇੱਕ ਚੀਜ਼ ਤੋਂ ਕੁਛ ਚੀਜ਼ ਸਾਨੂੰ ਉਦਯੋਗ ਤੋਂ ਲੈਣੀ ਪੈਂਦੀ ਹੈ। ਹੁਣ ਗੌਣ ਖੇਤਰ ਹੈ, ਸੇਵਾ ਖੇਤਰ ਵੀ ਇਕੱਲਾ ਕੰਮ ਨਹੀਂ ਕਰ ਸਕਦਾ। ਇਹਨੇ ਕੰਪਿਊਟਰ ਵੀ ਲੈਣੇ ਨੇ, ਇਹਨੇ ਜਹਾਜ਼ ਵੀ ਲੈਣੇ ਨੇ, ਇਹਨਾਂ ਨੇ ਟ੍ਰੇਨਸ ਵੀ ਲੈਣੀਆਂ ਨੇ। ਠੀਕ ਹੈ, ਟ੍ਰੇਨਸ ਨੇ ਜਿਹੜਾ ਲੋਹਾ ਆ ਉਹ ਮੁੱਢਲੇ ਖੇਤਰ ਤੋਂ ਲੈਣਾ ਆ, ਅਤੇ ਉਹਨਾਂ ਨੂੰ ਬਣਾਉਣ ਦਾ ਕੰਮ ਕਿਹਨੇ ਕਰਨਾ ਆ? ਗੌਣ ਖੇਤਰ ਨੇ, ਉਦਯੋਗਾਂ ਨੇ ਕਰਨਾ ਆ। ਤਾਂ ਇਸ ਤਰੀਕੇ ਨਾਲ ਇਹ ਤਿੰਨੋਂ ਖੇਤਰ ਨੇ ਜਿਹੜੇ, ਉਹ ਆਪਸ ਦੇ ਵਿੱਚ ਅੰਤਰ ਨਿਰਭਰ ਨੇ। ਠੀਕ, ਕੁਐਸਚਨ ਨੰਬਰ 7, ਹੇਠ ਦਿੱਤੇ ਕਥਨਾਂ ਦਾ ਵਿਸ਼ਲੇਸ਼ਣ ਕਰੋ। ਦੱਸੋ ਕਿ ਹੁਣ ਆ ਗਿਆ ਆਪਣਾ ਸੰਗਠਿਤ ਅਤੇ ਅਸੰਗਠਿਤ, ਕੀ ਅੰਤਰ ਪਾਇਆ ਜਾਂਦਾ ਹੈ? ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੰਗਠਿਤ ਖੇਤਰ ਨੇ ਜਿਹੜੇ, ਠੀਕ ਹੈ, ਸੰਗਠਿਤ ਖੇਤਰ ਦੇ ਵਿੱਚ ਸਾਡੇ ਕੋਲ ਕੀ ਹੁੰਦੀ ਆ? ਜਿਹੜੀ ਨੌਕਰੀ ਦੀ ਸੁਰੱਖਿਆ ਹੁੰਦੀ ਹੈ। ਇਹ ਤਿੰਨੋਂ ਖੇਤਰ ਤੁਹਾਨੂੰ ਅੰਤਰ ਦੱਸਣਗੇ। ਸੰਗਠਿਤ ਖੇਤਰ ਵਿੱਚ ਨੌਕਰੀ ਦੀ ਸੁਰੱਖਿਆ ਹੁੰਦੀ ਹੈ, ਕਿਉਂਕਿ ਸਰਕਾਰੀ ਨੌਕਰੀ ਆਪਾਂ ਕਹਿੰਦੇ ਹਾਂ ਸਰਕਾਰੀ ਖੇਤਰ ਹੈ। ਕੋਈ ਉਦਯੋਗ 'ਚ ਵਧੀਆ ਇੰਡਸਟਰੀ 'ਚ ਲੱਗ ਗਿਆ, ਉੱਥੇ ਵੀ ਆ। ਜਦ ਕਿ ਸਾਡਾ ਜਿਹੜਾ ਸੰਗਠਿਤ ਆ, ਇੱਕ ਦਿਹਾੜੀਦਾਰ ਬੰਦਾ, ਉਹਨੂੰ ਪਤਾ ਨਹੀਂ ਅੱਜ ਦਿਹਾੜੀ ਮਿਲਣੀ ਆ ਕਿ ਕੱਲ੍ਹ ਨੂੰ ਨਹੀਂ ਮਿਲਣੀ। ਇੱਕ ਰੇਹੜੀ ਫੜੀ ਵਾਲਾ, ਉਹਨੂੰ ਪਤਾ ਨਹੀਂ ਅੱਜ ਵਪਾਰ ਮਿਲਣਾ ਕਿ ਨਹੀਂ, ਅੱਜ ਉਹਦੀ ਰੇਹੜੀ ਲੱਗਣੀ ਆ ਕਿ ਨਹੀਂ ਲੱਗਣੀ। ਠੀਕ ਹੈ, ਜਿਹੜਾ ਸੰਗਠਿਤ ਖੇਤਰ ਆ ਉਹ ਸਰਕਾਰੀ ਅਤੇ ਅਰਧ ਸਰਕਾਰੀ ਖੇਤਰ ਦਾ ਹਿੱਸਾ ਹੁੰਦਾ ਆ। ਠੀਕ, ਅਤੇ ਜਿਹੜਾ ਅਸੰਗਠਿਤ ਹੈ ਉਹ ਪ੍ਰਾਈਵੇਟ ਖੇਤਰ ਦਾ ਹਿੱਸਾ ਹੁੰਦਾ ਹੈ। ਹੁਣ ਜਿਹੜੀਆਂ ਦੁਕਾਨਾਂ ਨੇ, ਚਾਹੇ ਰੇਹੜੀ ਫੜੀਆਂ ਨੇ, ਜਾਂ ਹੋਰ ਕੋਈ ਵੀ ਇਸ ਤਰ੍ਹਾਂ ਦੇ ਛੋਟੇ ਮੋਟੇ ਕੰਮ ਨੇ, ਠੀਕ ਹੈ, ਵੱਡੇ ਵੀ ਹੋ ਸਕਦੇ ਆ, ਇਹ ਸਾਰੇ ਪ੍ਰਾਈਵੇਟ ਖੇਤਰ ਦੇ ਵਿੱਚ ਹੀ ਹੁੰਦੇ ਨੇ। ਅਸੰਗਠਿਤ ਖੇਤਰ ਦੇ ਵਿੱਚ ਹੁੰਦੇ ਆ, ਜਿੱਥੇ ਲੋਕਾਂ ਨੂੰ ਸਰਵਿਸਿਜ਼ ਕੰਡੀਸ਼ਨਸ ਨਹੀਂ ਦਿੱਤੀਆਂ ਜਾਂਦੀਆਂ। ਠੀਕ ਹੈ, ਸੰਗਠਿਤ ਖੇਤਰ ਸਰਕਾਰ ਦੁਆਰਾ ਨਿਯੰਤਰਿਤ ਹੁੰਦਾ ਹੈ, ਪਹਿਲਾਂ ਵੀ ਉੱਪਰ ਗੱਲ ਕਰ ਚੁੱਕੇ ਹਾਂ। ਅਸੰਗਠਿਤ ਖੇਤਰ ਦੇ ਵਿੱਚ ਕੰਮ ਦੇਣ ਨੂੰ ਜਿਹੜਾ ਵਾਲੇ ਮਾਲਕਾਂ ਦੇ ਨਿਯੰਤਰਣ 'ਚ ਹੁੰਦਾ ਹੈ। ਠੀਕ, ਛੋਟੀਆਂ ਦੁਕਾਨਾਂ ਨੇ ਜਾਂ ਛੋਟੇ ਮੋਟੇ ਕੰਮਕਾਰ ਹੈ, ਕਿਸੇ ਨੇ ਠੇਕੇਦਾਰੀ ਕਰ ਲਈ, ਕੁਛ ਕਰ ਲਈ, ਉਹ ਮਾਲਕ ਦੇ ਹੱਥ ਵਿੱਚ ਆ, ਉਹਨੇ ਕੰਮ ਦੇਣਾ ਕਿ ਨਹੀਂ ਦੇਣਾ, ਕੱਲ੍ਹ ਨੂੰ ਤੁਸੀਂ ਆਉਣਾ ਨਹੀਂ ਆਉਣਾ, ਉਹਦੇ 'ਤੇ ਨਿਰਭਰ ਕਰਦਾ। ਤਾਂ ਇਸ ਕਰਕੇ ਇਹ ਤਿੰਨੋਂ ਸਟੇਟਮੈਂਟ ਨੇ ਜਿਹੜੀਆਂ ਕੀ ਨੇ, ਸਹੀ ਨੇ। ਤਾਂ ਸਾਡਾ ਆਨਸਰ ਨੰਬਰ ਕੀ ਬਣਿਆ? 4 ਬਣਿਆ। ਠੀਕ ਹੈ ਜੀ। ਨੰਬਰ 8,
ਭਾਰਤ ਵਿੱਚ ਛੋਟੇ ਪੈਮਾਨੇ ਦੇ ਜ਼ਿਆਦਾਤਰ ਉਦਯੋਗ ਕਿਸ ਖੇਤਰ ਅਧੀਨ ਆਉਂਦੇ ਹਨ? ਹੁਣ ਦੇਖੋ ਇੱਥੇ ਖਿਆਲ ਰੱਖਣਾ, ਛੋਟੇ ਪੈਮਾਨੇ ਦੇ ਉਦਯੋਗ, ਛੋਟੇ ਪੈਮਾਨੇ ਦੇ ਉਦਯੋਗ ਕਿਹਨਾਂ ਦੇ ਆਉਂਦੇ ਨੇ? ਛੋਟੇ ਪੈਮਾਨੇ ਦੇ ਉਦਯੋਗ, ਕਿਸੇ ਨੇ ਘਰ ਖੱਡੀ ਲਾ ਲਈ, ਕੱਪੜਾ ਬਣਾ ਰਿਹਾ, ਠੀਕ ਹੈ, ਕਿਸੇ ਨੇ ਘਰ ਛੋਟੀ ਮਠਿਆਈ ਦੀ ਦੁਕਾਨ ਕਰ ਲਈ, ਜਾਂ ਕਿਸੇ ਛੋਟੇ ਮੋਟੇ ਕੰਮ ਜਿਹੜੇ ਆਪਾਂ ਕੁਛ ਵੀ ਕਹਿ ਲਓ ਹੈਗੇ ਨੇ, ਕੋਈ ਜੁੱਤੀਆਂ ਬਣਾ ਰਿਹਾ, ਠੀਕ ਹੈ, ਤਾਂ ਉਹ ਕਿੱਥੇ ਆਉਂਦੇ ਨੇ? ਸੰਗਠਿਤ ਖੇਤਰ ਹਮੇਸ਼ਾ ਵੱਡਾ ਹੁੰਦਾ, ਉਦਯੋਗ ਖੇਤਰ 'ਚ ਵੀ ਉਦਯੋਗ ਵੱਡੇ ਹੁੰਦੇ ਨੇ। ਵਿੱਤੀ ਖੇਤਰ ਉਹ ਹੋ ਗਿਆ ਜਿੱਦਾਂ ਬੈਂਕਾਂ ਹੋ ਗਈਆਂ, ਤਾਂ ਸਾਡਾ ਇਹ ਕਿੱਥੇ ਆਉਂਦਾ? ਛੋਟੇ ਪੈਮਾਨੇ ਦੇ ਉਦਯੋਗ ਅਸੰਗਠਿਤ ਖੇਤਰ ਦੇ ਵਿੱਚ ਆਉਂਦੇ ਨੇ। ਹੁਣ ਦੇਖੋ 9ਵਾਂ ਕੁਐਸਚਨ ਹੈ, ਜਗਦੀਪ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹਨਾਂ ਕੋਲ ਨਾ ਤਾਂ ਕੋਈ ਜ਼ਮੀਨ ਹੈ, ਨਾ ਹੀ ਉਹ ਪੜ੍ਹਿਆ ਲਿਖਿਆ ਹੈ। ਅਨਪੜ੍ਹ ਹੋਣ ਕਰਕੇ ਪੱਕੀ ਨੌਕਰੀ ਨਹੀਂ ਮਿਲ ਰਹੀ। ਅਜਿਹੀ ਸਥਿਤੀ ਵਿੱਚ ਅਰਥ ਵਿਵਸਥਾ ਦਾ ਉਹ ਕਿਹੜਾ ਖੇਤਰ ਹੈ ਜੋ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਦਾ ਹੈ? ਇਹਦੇ ਵਿੱਚ ਵੀ ਮੈਂ ਤੁਹਾਨੂੰ ਗੱਲ ਕਰੀ ਸੀਗੀ, ਆਪਾਂ ਉੱਪਰ ਵੀ ਦੇਖਿਆ ਆ ਵੀ ਜਿਹੜਾ ਸੰਗਠਿਤ ਖੇਤਰ ਆ ਉਹਦੇ ਵਿੱਚ ਹਮੇਸ਼ਾ ਪੜ੍ਹੇ ਲਿਖੇ ਲੋਕ ਅਤੇ ਸਕਿਲਡ ਲੋਕ ਕੰਮ ਕਰਦੇ ਨੇ, ਠੀਕ ਹੈ, ਜ਼ਿਆਦਾਤਰ। ਅਤੇ ਅਸੰਗਠਿਤ ਖੇਤਰ ਵਿੱਚ ਜਿਹੜਾ ਹੈ ਉਹ ਲੋਕ ਕੀ ਆ, ਉੱਥੇ ਨੌਕਰੀ ਵੀ ਪੱਕੀ ਨਹੀਂ ਹੋਊਗੀ ਉਹਨੇ ਕੰਡੀਸ਼ਨਸ ਦਿੱਤੀਆਂ, ਉਹ ਅਨਪੜ੍ਹ ਵੀ ਆ, ਉਹਨੂੰ ਪੜ੍ਹਿਆ ਲਿਖਿਆ ਵੀ ਨਹੀਂ ਹੈ, ਠੀਕ ਹੈ, ਉਹਦੇ ਕੋਲ ਨਾ ਕੋਈ ਜ਼ਮੀਨ ਆ, ਠੀਕ। ਤਾਂ ਇਸ ਕਰਕੇ ਉਹਨੂੰ ਅਸੰਗਠਿਤ ਖੇਤਰ ਹੈ ਜਿਹੜਾ ਉਹ ਕੰਮ ਦਊਗਾ, ਨਾ ਕਿ ਸੰਗਠਿਤ ਖੇਤਰ। ਸੰਗਠਿਤ ਖੇਤਰ ਦੇ ਵਿੱਚ ਉਹਦੇ ਕੋਲ ਇੱਕ ਕੰਡੀਸ਼ਨਸ, ਉਹਦਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈਗਾ ਆ, ਠੀਕ ਹੈ। ਉਸ ਤੋਂ ਬਾਅਦ ਨੰਬਰ 10, ਹਰਮਨ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸਦੇ ਪਿਤਾ ਸਰਕਾਰੀ ਖੇਤਰ ਯਾਨੀ ਕਿ ਇਹ ਅਸੰਗਠਿਤ ਹੈ ਖੇਤਰ ਦੇ ਵਿੱਚ, ਅਨਆਰਗਨਾਈਜ਼ ਸੈਕਟਰ 'ਚ, ਇਸ ਆਰਗਨਾਈਜ਼ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਸਟੇਟਮੈਂਟ ਨੂੰ ਉਸ ਤਰੀਕੇ ਨਾਲ ਪੜ੍ਹੋ। ਹਰਮਨ ਦੇ ਪਿਤਾ ਜੀ ਉਸ ਨੂੰ ਦੱਸਦੇ ਹਨ ਕਿ ਸਰਕਾਰੀ ਖੇਤਰ ਸੰਗਠਿਤ ਖੇਤਰ ਹੈ। ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਕੰਮ ਕਰਨ ਲਈ ਨਿਰਧਾਰਤ ਨਿਯਮ ਅਤੇ ਕਾਨੂੰਨ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਨੇ, ਛੁੱਟੀ ਮਿਲਣੀ, ਰੈਸਟ ਮਿਲਣੀ, ਠੀਕ ਹੈ, ਉਹ ਸਰਕਾਰੀ ਉੱਥੇ ਹੋ ਸਕਦੀ ਹੈ ਜਿਹੜੇ ਸੰਗਠਿਤ ਖੇਤਰ ਨੇ। ਕੰਮ ਕਰਨ ਦੇ ਘੰਟੇ ਨਿਸ਼ਚਿਤ ਹੋ ਸਕਦੇ ਨੇ, ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲਦੀਆਂ, ਠੀਕ ਹੈ। ਤਾਂ ਦੱਸੋ ਉਹ ਕਿਹੜੀਆਂ ਵਿਸ਼ੇਸ਼ਤਾ ਹਨ ਜੋ ਸੰਗਠਿਤ ਖੇਤਰ ਨੂੰ ਪ੍ਰਗਟਾਉਂਦੀਆਂ ਹਨ? ਦੇਖੋ, ਕਰਮਚਾਰੀ ਨੂੰ ਸਮਾਜਿਕ ਸੁਰੱਖਿਆ ਦਾ ਮਤਲਬ ਅਗਰ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਪੈਨਸ਼ਨ ਦੇਣਾ, ਉਹਦੇ ਪਰਿਵਾਰ ਦੇ ਬਾਕੀ ਕਿਸੇ ਜੀਅ ਨੂੰ ਨੌਕਰੀ ਮਿਲਣਾ, ਠੀਕ ਹੈ, ਉਹ ਨਿਸ਼ਚਿਤ ਤਨਖਾਹ ਦੇ ਨਾਲ ਭੱਤੇ ਵੀ ਮਿਲਦੇ ਨੇ। ਹਰ ਬੰਦਾ ਜਿਹੜਾ ਸਰਕਾਰੀ ਕੰਮ ਦੇ ਉੱਤੇ ਆ ਜਾਂ ਕਿਸੇ ਗੈਰ ਸਰਕਾਰੀ ਨੌਕਰੀ ਕੰਮ ਕਰਦਾ ਆ, ਉਹਦੀ ਤਨਖਾਹ ਅਤੇ ਭੱਤੇ ਨਿਸ਼ਚਿਤ ਹੁੰਦੇ ਨੇ। ਛੁੱਟੀਆਂ ਦੇ ਵੀ ਨਿਯਮ ਨੇ, 8 ਘੰਟੇ ਕੰਮ ਕਰਨਾ, ਹਫ਼ਤੇ 'ਚ ਇੱਕ ਛੁੱਟੀ ਪੱਕੀ ਹੈ, ਠੀਕ ਹੈ। ਤਾਂ ਇਹ ਸਾਰੇ ਜਿਹੜੇ ਵਿਸ਼ੇਸ਼ਤਾਵਾਂ ਨੇ ਉਹ ਸਾਨੂੰ ਸੰਗਠਿਤ ਖੇਤਰ ਦੇ ਵਿੱਚੋਂ ਮਿਲਦੀਆਂ ਨੇ। ਅੱਗੇ ਹੈ 18ਵੀਂ ਅਤੇ 19ਵੀਂ ਸਦੀ ਵਿੱਚ ਆਈ ਉਦਯੋਗਿਕ ਕ੍ਰਾਂਤੀ ਨੇ ਵਿਸ਼ਵ ਵਪਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ? ਹੁਣ ਇਹ ਸਾਡੇ ਕੋਲ ਈ-ਕਮਰਸ ਨਾਲ ਸੰਬੰਧਿਤ ਕੁਐਸਚਨ ਚੱਲ ਪਏ ਨੇ। ਹੁਣ 18ਵੀਂ ਅਤੇ 19ਵੀਂ ਸਦੀ ਵਿੱਚ ਕੀ ਹੋਇਆ? ਉਦਯੋਗਿਕ ਕ੍ਰਾਂਤੀ ਆ ਗਈ, ਵਿਸ਼ਵ ਵਪਾਰ ਨੂੰ ਕੀ ਕੀਤਾ? ਪਹਿਲਾਂ ਛੋਟੇ ਛੋਟੇ ਉਦਯੋਗ ਸੀਗੇ, ਠੀਕ ਹੈ, ਫਿਰ ਕੀ ਹੋ ਗਿਆ? ਇਹਦੇ ਵਿੱਚ ਕੀ ਚੀਜ਼ਾਂ ਹੋਈਆਂ? ਸਵੈ ਨਿਰਭਰਤਾ ਕਾਰਨ ਵਿਸ਼ਵ ਵਪਾਰ ਘਟਿਆ? ਨਹੀਂ, ਇਹ ਨਹੀਂ ਹੋਇਆ। ਕੱਚੇ ਮਾਲ ਦੀ ਪੂਰਤੀ, ਨਿਰਮਿਤ ਵਸਤਾਂ ਲਈ ਨਵੇਂ ਬਾਜ਼ਾਰ ਉੱਭਰ ਕੇ ਸਾਹਮਣੇ ਆਏ, ਠੀਕ ਹੈ। ਵਪਾਰ ਪੂਰੀ ਤਰ੍ਹਾਂ ਖੇਤੀਬਾੜੀ ਵੱਲ ਤਬਦੀਲ ਹੋ ਗਿਆ। ਉਪਰੋਕਤ ਵਿੱਚੋਂ ਕੋਈ ਨਹੀਂ। ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ 2। ਕੀ ਹੋਇਆ? ਬਸਤੀਵਾਦ ਇੱਥੋਂ ਹੀ ਚੱਲਿਆ। ਬਸਤੀਵਾਦ ਦਾ ਜਿਹੜਾ ਕੰਸੈਪਟ ਹੈਗਾ ਉਹ ਇੱਥੋਂ ਹੀ ਸ਼ੁਰੂ ਹੋਇਆ। ਕਿਉਂਕਿ 18ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਤੋਂ ਬਾਅਦ ਉਹਨਾਂ ਨੂੰ ਕੱਚੇ ਮਾਲ ਦੀ ਲੋੜ ਪਈ, ਤਾਂ ਉਹ ਇੰਗਲੈਂਡ ਤੋਂ ਬਾਹਰ ਨਿਕਲੇ। ਦੁਨੀਆ ਦੇ ਵਿੱਚ ਉਹਨਾਂ ਨੇ ਦੇਖਿਆ ਕਿੱਥੇ ਕੱਚਾ ਮਾਲ ਆ, ਅਤੇ ਉਹਨਾਂ ਨੇ ਪੂਰੇ ਵਿਸ਼ਵ ਨੂੰ ਬਾਜ਼ਾਰ ਦੇ ਤੌਰ 'ਤੇ ਵਰਤਿਆ। ਤਾਂ ਇਸ ਕਰਕੇ ਸਾਡਾ ਆਪਸ਼ਨ ਨੰਬਰ 2 ਜਿਹੜਾ ਹੈਗਾ ਉਹ ਸਹੀ ਆਨਸਰ ਹੈਗਾ। ਅੰਤਰਰਾਸ਼ਟਰੀ ਵਪਾਰ ਵਿੱਚ ਈ-ਕਮਰਸ ਦੁਆਰਾ ਲਿਆਂਦੀ ਗਈ ਇੱਕ ਵੱਡੀ ਤਬਦੀਲੀ। ਹੁਣ ਵੱਡੀ ਤਬਦੀਲੀ ਕੀ ਹੋ ਗਈ? ਠੀਕ ਹੈ, ਖਰੀਦੋ ਫਰੋਖਤ ਦੀ ਜ਼ਰੂਰਤ ਨੂੰ ਘਟਾਉਣਾ। ਕੀ ਖਰੀਦੋ ਫਰੋਖਤ ਹੁਣ ਆਪਣੀ ਪਹਿਲਾਂ ਨਾਲੋਂ ਘਟੀ ਆ ਕਿ ਵਧੀਆ, ਠੀਕ ਹੈ। ਛੋਟੇ ਕਾਰੋਬਾਰੀ ਮਾਲਕਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਤੱਕ ਪਹੁੰਚ ਨੂੰ ਆਸਾਨ ਬਣਾਉਣਾ, ਠੀਕ। ਦੇਸ਼ ਵਿੱਚ ਵਪਾਰਕ ਨਿਯਮਾਂ ਨੂੰ ਖਤਮ ਕਰਨਾ। ਵਪਾਰਕ ਨਿਯਮ ਤਾਂ ਖਤਮ ਨਹੀਂ ਹੋਏ, ਬਣੇ ਹੋਏ ਨੇ। ਅੰਤਰਰਾਸ਼ਟਰੀ ਉਤਪਾਦਾਂ ਦੀ ਮੰਗ 'ਚ ਗਿਰਾਵਟ ਆਈ ਹੈ ਕਿ ਵਾਧਾ ਹੋਇਆ? ਤਾਂ ਆਨਸਰ ਕੀ ਹੈ? ਨੰਬਰ 2। ਛੋਟੇ ਕਾਰੋਬਾਰੀ ਮਾਲਕਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਤੱਕ ਪਹੁੰਚ ਨੂੰ ਆਸਾਨ ਬਣਾਇਆ। ਕਿਹਨੇ ਬਣਾਇਆ? ਈ-ਕਮਰਸ ਨੇ। ਮੈਂ ਤੁਹਾਨੂੰ ਗੱਲ ਕਰੀ, ਤੁਸੀਂ ਅੱਜ ਵੀ ਐਮਾਜ਼ੋਨ 'ਤੇ ਜਾ ਕੇ, ਫਲਿੱਪਕਾਰਟ 'ਤੇ ਜਾ ਕੇ ਤੁਸੀਂ ਆਪਣਾ ਘਰ ਬੈਠੇ ਕੋਈ ਵੀ ਸਮਾਨ ਜਿਹੜਾ ਆ ਉਹ ਤੁਸੀਂ ਪੂਰੀ ਵਰਲਡ ਦੇ ਵਿੱਚ ਵੇਚ ਸਕਦੇ ਹੋ। ਜਾਣੀ ਕਿ ਛੋਟੇ ਤੋਂ ਛੋਟਾ ਕਾਰੋਬਾਰੀ ਵੀ ਅੰਤਰਰਾਸ਼ਟਰੀ ਪੱਧਰ 'ਤੇ ਜਿਹੜਾ ਆ ਉਹ ਬਾਜ਼ਾਰ ਦੇ ਵਿੱਚ ਪਹੁੰਚ ਗਿਆ ਹੋਇਆ ਹੈ। ਹੁਣ ਹੈਗਾ ਆਧੁਨਿਕ ਯੁੱਗ ਵਿੱਚ ਈ-ਕਮਰਸ ਜਿਹੜਾ ਆ ਇਲੈਕਟ੍ਰੋਨਿਕ ਵਪਾਰ, ਉਹਨੇ ਕ੍ਰਾਂਤੀ ਲਿਆ ਦਿੱਤੀ। ਹੁਣ ਕਿਹੜੀਆਂ ਕੰਪਨੀਆਂ ਨੇ ਕਹਿੰਦਾ ਜਿਹੜੀਆਂ ਉਹ ਕਾਹਦੇ ਲਈ ਜਾਣੀਆਂ ਜਾਂਦੀਆਂ ਨੇ? ਠੀਕ ਹੈ, ਵਾਲਮਾਰਟ ਹੈਗੀ ਆ, ਐਮਾਜ਼ੋਨ ਤੋਂ ਤੁਸੀਂ IBM ਕੰਪਿਊਟਰਸ ਦੀ ਕੰਪਨੀ ਹੈ। ਤਾਂ ਇਹ ਸਾਰੇ ਦੇ ਸਾਰੇ ਕੀ ਨੇ? ਇਹਦੇ ਸਹੀ ਆਨਸਰ ਨੇ। ਤਾਂ ਇਸ ਕਰਕੇ ਸਾਡਾ ਜਿਹੜਾ ਆਨਸਰ ਨੰਬਰ 4 ਹੈ ਉਹ ਸਾਡੇ ਲਈ ਇਹ ਮਲਟੀਨੈਸ਼ਨਲ, ਇਹਨਾਂ ਨੂੰ MNCs ਕਹਿੰਦੇ ਹਾਂ ਅਸੀਂ, ਮਲਟੀਨੈਸ਼ਨਲ ਕੰਪਨੀਜ਼, ਇਸ ਤਿੰਨੋਂ ਦੀ ਤਿੰਨੋਂ ਹੀ ਹੈਗੀਆਂ ਨੇ। ਤਾਂ ਇਸ ਕਰਕੇ ਆਪਸ਼ਨ ਨੰਬਰ 4 ਸਾਡਾ ਜਿਹੜਾ ਸਹੀ
ਆਨਸਰ ਹੈਗਾ ਆ। ਹੁਣ ਇੱਥੇ ਕੁਐਸਚਨ ਦੇ ਲਈ ਉਹਨੇ ਤੁਹਾਨੂੰ ਇਹ ਕੰਪਰੀਹੈਂਸ਼ਨ ਦਾ ਪੈਰਾ ਦਿੱਤਾ, ਜਿਹਦੇ ਵਿੱਚ ਤੁਸੀਂ ਇਹਦੇ ਵਿੱਚੋਂ ਲੱਭ ਕੇ ਆਨਸਰ ਲਿਖਣੇ ਆ। ਠੀਕ ਹੈ, ਪੈਰੇ ਨੂੰ ਪੜ੍ਹੋਗੇ ਤਾਂ ਉੱਥੋਂ ਤੁਹਾਨੂੰ ਕਾਫੀ ਹੱਦ ਤੱਕ ਈ-ਕਮਰਸ ਬਾਰੇ ਪਤਾ ਲੱਗੂਗਾ, ਪਰ ਮੈਂ ਪੈਰਾ ਨਹੀਂ ਪੜ੍ਹਦਾ ਕਿਉਂਕਿ ਪਹਿਲੇ ਵੀਡੀਓ ਕਾਫੀ ਲੰਬੀ ਹੋ ਗਈ ਆ। ਤਾਂ ਹੁਣ ਆਪਾਂ ਸਿੱਧਾ ਆਨਸਰ ਕਰਦੇ ਹਾਂ। ਹੇਠਾਂ ਦਿੱਤੀਆਂ ਕਥਨਾਂ ਵਿੱਚੋਂ ਈ-ਕਮਰਸ ਨੂੰ ਸਭ ਤੋਂ ਵਧੀਆ ਪਰਿਭਾਸ਼ਿਤ ਕਰਦਾ ਹੈ। ਹੁਣ ਆ ਦੇਖੋ, ਠੀਕ ਹੈ, ਆ ਦੇਖੋ, ਆਪਣੀ ਸੇਵਾ ਵੇਚਦੇ ਹਨ, ਖਰੀਦਦਾਰੀ ਆਨਲਾਈਨ ਕਰ ਰਹੇ ਹਨ। ਠੀਕ, ਤਾਂ ਇਹ ਹੈ ਰਵਾਇਤੀ ਬਾਜ਼ਾਰ ਰਾਹੀਂ ਵਸਤੂਆਂ ਅਤੇ ਸੇਵਾਵਾਂ ਦਾ, ਰਵਾਇਤੀ ਪੁਰਾਣੇ ਨਹੀਂ, ਉੱਦਾਂ ਨਹੀਂ ਕਰਦੇ। ਇੰਟਰਨੈਟ ਦੀ ਸਹੂਲਤਾਂ ਰਾਹੀਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣ ਅਤੇ ਵੇਚਣਾ, ਦੋ ਧਿਰਾਂ ਵਿਚਕਾਰ ਬੈਂਕਿੰਗ ਲੈਣ ਦੇਣ। ਠੀਕ ਹੈ, ਹੁਣ ਇੱਥੇ ਸਾਨੂੰ ਕੀ ਕਿਹਾ ਉਹਨੇ, ਈ-ਕਮਰਸ ਦੇਸ਼ ਦੀ ਆਰਥਿਕ ਵੱਡਾ ਹਿੱਸਾ ਹੈ, ਖਾਸ ਤੌਰ 'ਤੇ ਕਾਰੋਬਾਰੀਆਂ ਲਈ ਮਹੱਤਵਪੂਰਨ ਜੋ ਆਪਣੇ ਉਤਪਾਦਾਂ ਨੂੰ ਆਨਲਾਈਨ ਵੇਚਦੇ ਹਨ। ਇੰਟਰਨੈਟ ਦੀ ਸਹੂਲਤਾਂ ਨਾਲ ਕੀ ਕਰਦੇ ਨੇ, ਉਹ ਵੇਚਦੇ ਨੇ। ਫਿਰ ਖਪਤਕਾਰਾਂ ਲਈ ਈ-ਕਮਰਸ ਦੇ ਮੁੱਖ ਲਾਭ ਕੀ ਹਨ। ਠੀਕ ਹੈ, ਮੁੱਖ ਲਾਭ ਕੀ ਹੈ ਇਹਦੇ, ਉਹਨਾਂ ਵਿੱਚ ਉਹਨੇ ਦੱਸਤਾ ਕਿਹਨਾਂ ਲਈ, ਖਪਤਕਾਰਾਂ ਲਈ, ਯਾਨੀ ਖਪਤਕਾਰ ਮੀਨਸ ਖਰੀਦਦਾਰ। ਠੀਕ ਹੈ, ਹੁਣ ਦੇਖੋ ਇੱਥੇ ਤੁਹਾਨੂੰ ਆ ਗਿਆ ਸੇਵਾਵਾਂ ਦੀ ਖਰੀਦਦਾਰੀ ਕਰਨ ਦਾ ਵਧੇਰੇ ਸੁਵਿਧਾਜਨਕ ਤਰੀਕਾ, ਖਰੀਦਦਾਰੀ ਕਰਨ ਲਈ ਬਾਜ਼ਾਰ ਜਾਂ ਸਥਾਨ 'ਤੇ ਜਾਣ ਦੀ ਸਾਨੂੰ ਲੋੜ ਨਹੀਂ ਪੈਂਦੀ। ਤਾਂ ਇਹਦੇ ਨਾਲ ਕੀ ਹੋ ਗਿਆ, ਸਾਰਾ ਕੁਛ ਹੀ ਮਿਲਦਾ ਸਾਨੂੰ, ਵੱਡਾ ਬਾਜ਼ਾਰ ਵੀ ਮਿਲ ਗਿਆ। ਠੀਕ ਹੈ, ਕਿਸੇ ਵੀ ਸਥਾਨ 'ਤੇ ਸਮੇਂਦਾਰ ਖਰੀਦੇ ਸਮਾਂ, ਚਾਹੇ ਸਵੇਰੇ ਸ਼ਾਮ, ਕਿਸੇ ਵੀ ਜਗ੍ਹਾ ਬੈਠੇ ਤੁਸੀਂ ਮੋਬਾਈਲ ਦੇ ਉੱਤੇ ਕੋਈ ਵੀ ਚੀਜ਼ ਖਰੀਦ ਸਕਦੇ ਹੋ, ਤੁਹਾਨੂੰ ਆਉਣ ਜਾਣ ਦੀ ਲੋੜ ਨਹੀਂ, ਤੁਹਾਡੇ ਸਮੇਂ ਦੀ ਬਚਤ ਹੋਗੀ। ਤਾਂ ਸਾਡਾ ਆਨਸਰ ਜਿਹੜਾ ਨੰਬਰ 4 ਹੈਗਾ ਉਹ ਸਹੀ ਹੈਗਾ। ਤਾਂ ਇਹ ਸੀ ਸਾਡਾ ਜਿਹੜਾ ਕੰਪੀਟੈਂਸੀ ਦੀ ਸ਼ੀਟ ਨੰਬਰ 9। ਅਤੇ ਹੁਣ 25 ਅਕਤੂਬਰ ਨੂੰ ਹੋਣ ਵਾਲਾ ਪੇਪਰ ਤੁਹਾਡਾ ਆਹ 4 ਜਿਹੜੇ 3 ਕਨਸੈਪਟ ਨੇ ਆਹ ਵਾਲੇ, ਇਹਨਾਂ ਨੂੰ ਲੈ ਕੇ ਹੋਣਾ। ਤੁਸੀਂ ਜਿਹੜੀ ਤਿਆਰੀ ਕਰਨੀ ਆ ਉਹ ਇਸ 3 ਕਨਸੈਪਟ ਦੇ ਲੈ ਕੇ ਮੇਨ ਨੂੰ ਕਰਨੀ ਆ। ਤੁਸੀਂ ਆਪਣੇ ਆਪ ਨੂੰ ਇਕੱਲਾ 10ਵੀਂ ਦੇ ਪਾਠ ਨੰਬਰ 4 ਤੱਕ ਸੀਮਿਤ ਨਾ ਰੱਖਿਓ, ਜਿਹੜੇ ਬਾਕੀ ਕਨਸੈਪਟ ਨੇ ਉਹਨਾਂ ਨੂੰ ਵੀ ਪੜ੍ਹਨਾ ਆ, ਚਾਹੇ 9ਵੀਂ ਦੀ ਕਿਤਾਬ ਹੋਵੇ ਜਾਂ ਕਿਤੇ ਹੋਰ ਤੋਂ ਹੋਵੇ। ਜਦੋਂ ਤੁਹਾਨੂੰ ਇਹਦੇ ਬਾਰੇ ਕਲੈਰਿਟੀ ਹੋਗੀ ਤਾਂ ਤੁਹਾਨੂੰ ਜਿਹੜਾ ਆ ਉਹ ਤੁਹਾਨੂੰ ਆਹ 3 ਚੀਜ਼ਾਂ ਬਿਲਕੁਲ ਕਲੀਅਰ ਹੋ ਜਾਣਗੀਆਂ। ਅਰਥ ਵਿਵਸਥਾ ਦੇ 3 ਸੈਕਟਰ, ਔਰਗਨਾਈਜ਼ ਤੇ ਜਿਹੜਾ ਅਨਔਰਗਨਾਈਜ਼ ਸੈਕਟਰ ਕੀ ਹੁੰਦਾ ਆ, ਅਤੇ ਫਿਰ ਉਸ ਤੋਂ ਬਾਅਦ ਈ-ਕਮਰਸ ਕਿਹਨੂੰ ਕਹਿੰਦੇ ਨੇ। ਠੀਕ ਹੈ, ਅਗਰ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਏ ਤਾਂ ਤੁਸੀਂ ਆਰਾਮ ਦੇ ਨਾਲ ਇਸ ਸਾਰੀ ਸ਼ੀਟਸ ਦਾ ਆਨਸਰ ਆ ਜਿਹੜਾ 25 ਅਕਤੂਬਰ ਨੂੰ ਜਿਹੜਾ SST ਦਾ ਪੇਪਰ ਹੋਊਗਾ ਉਹਦੇ ਸਹੀ ਤਰੀਕੇ ਨਾਲ ਦੇ ਪਾਓਗੇ। ਜੇ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਜਿਹੜਾ ਹੈ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਅੱਗੇ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਤੁਹਾਨੂੰ ਮਿਲ ਸਕਣ। ਹੈਵ ਅ ਨਾਈਸ ਡੇ, ਥੈਂਕ ਯੂ।